ਜਾਨ ਦੀ ਬਾਜ਼ੀ ਤੱਕ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਈ ਹੋਈ ਸੇਵਾ ਨੂੰ ਨਿਭਾਉਣ ਵਾਸਤੇ ਲਾ ਦਿੱਤੀ। ਜਦ ਕਿ ਸੁਖਬੀਰ ਸਿੰਘ ਬਾਦਲ ਕੋਲ ਇਹ ਬਹੁਤ ਤਕੜਾ ਬਹਾਨਾ ਸੀ, ਇਹ ਕਹਿ ਸਕਦੇ ਸੀ ਕਿ ਦੇਖੋ ਮੇਰੇ ਉੱਤੇ ਹਮਲਾ ਹੋ ਗਿਆ, ਮੇਰੀ ਜਾਨ ਜਾ ਸਕਦੀ ਸੀ। ਜਿਸ ਵਿਅਕਤੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੀ ਸੇਵਾ ਨਿਭਾ ਲਈ ਜੀ, ਉਹਦੇ ਵਾਸਤੇ ਦੁਨੀਆ ਦਾ ਹੋਰ ਕਿਹੜਾ ਅਹੁਦਾ ਬਾਕੀ ਰਹਿ ਜਾਂਦਾ ਜਿਹੜਾ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਉੱਪਰ ਮਾਇਨੇ ਰੱਖਦਾ ਹੋਵੇ। ਸੁਖਬੀਰ ਸਿੰਘ ਬਾਦਲ ਹੋਣਾ ਨੇ ਸਿੱਖ ਕੌਮ ਨੂੰ ਨਮੋਸ਼ੀ ਨਹੀਂ ਝੱਲਣ ਦਿੱਤੀ, ਸਿੱਖ ਕੌਮ ਨੂੰ ਸਿਰ ਨਹੀਂ ਨੀਵਾਂ ਕਰ ਦਿੱਤਾ, ਆਪ ਸਿਰ ਨੀਵਾਂ ਕਰਕੇ ਸੇਵਾ ਲਵਾਈ, ਸੇਵਾ ਸਾਰੀ ਨਿਭਾਈ। ਕਿੱਥੇ ਤੇ ਗਿਆਨੀ ਰਘਬੀਰ ਸਿੰਘ ਹੜ ਵੇਲੇ ਸਟੇਟਮੈਂਟ ਦਿੰਦੇ ਨੇ ਕਿ ਜਿਹੜੇ ਰਾਜੇ ਨੂੰ ਰਾਜ ਨਹੀਂ ਕਰਨਾ ਆਉਂਦਾ ਉਸ ਰਾਜੇ ਨੂੰ ਮਰ ਜਾਣਾ ਚਾਹੀਦਾ। ਫਿਰ ਜਦੋਂ ਹੁਣ ਡੀਐਮ ਸਾਹਿਬ ਦੀ ਮੌਤ ਹੁੰਦੀ ਹੈ ਤੇ ਡੀਐਮ ਸਾਹਿਬ ਦੀ ਮੌਤ ਦੇ ਮਸਲੇ ਦੇ ਉੱਤੇ ਸਰਕਾਰ ਘਿਰ ਗਈ, ਉਦਣ ਗਿਆਨੀ ਰਘਬੀਰ ਸਿੰਘ ਮੋਢੇ ਨਾਲ ਮੋਢਾ ਜੋੜ ਕੇ ਭਗਵੰਤ ਸਿੰਘ ਮਾਨ ਦੇ ਨਾਲ ਖੜੇ ਹੋਏ ਨੇ। ਹੁਣ ਗਿਆਨੀ ਹਰਪ੍ਰੀਤ ਸਿੰਘ ਹੁਣੀ ਕਹਿੰਦੇ ਸੀਗੇ ਵੀ ਸਾਰੇ ਅੱਡੋ ਅੱਡ ਚੁੱਲ੍ਹੇ ਸਮੇਟੋ ਤੇ ਇੱਕ ਪਾਰਟੀ ਦੇ ਵਿੱਚ ਮਰਜ ਹੋ ਜਾਓ, ਤੇ ਪਾਰਟੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਅਲੱਗ ਬਣਾ ਲਈ। ਔਰ ਗਿਆਨੀ ਹਰਪ੍ਰੀਤ ਸਿੰਘ ਏਡਾ ਭਰਮ ਪਾਲੀ ਬੈਠੇ ਨੇ ਕਿ ਉਹਨਾਂ ਨੇ ਪਾਰਟੀ ਦਾ ਨਾਮ ਰੱਖ ਲਿਆ ਪੁਨਰ ਸੁਰਜੀਤ ਅਕਾਲੀ ਦਲ ਜੀ। ਕਿਸਾਨਾਂ ਤੇ ਮਜ਼ਦੂਰਾਂ ਦੇ ਖੂਨ ਨੂੰ ਤਾਂ ਨਿਚੋੜ ਕੇ ਇਹ ਜੂਸ ਵਾਂਗੂ ਪੀਂਦੇ ਨੇ। ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਭਾਵੇਂ ਇਹ ਕਹਿੰਦੇ ਸੀ ਵੀ ਅਸੀਂ ਆਮ ਘਰਾਂ ਚੋਂ ਉੱਠ ਕੇ ਆਏ ਆ, ਹੁਣ ਇਹ ਵੀ ਇੱਕ ਬਹੁਤ ਵੱਡੀ ਛਛੋਪੰਜ ਪੈਦਾ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਦੇ ਵਿੱਚ ਕਿਤੇ ਨਾ ਕਿਤੇ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ। ਜੋ ਕੁਝ ਉਸ ਵਕਤ ਹੋ ਰਿਹਾ ਸੀ ਉਹੀ ਅੱਜ ਹੋ ਰਿਹਾ ਹੈ। ਉਦੋਂ ਅੱਤਵਾਦੀ ਕਹਿ ਕੇ ਮਾਰਿਆ ਜਾ ਰਿਹਾ ਸੀ, ਅੱਜ ਨਸ਼ੇ ਦੇ ਸੁਦਾਗਰ ਕਹਿ ਕੇ ਜਾਂ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ। ਇੱਕ ਆਰਟਿਸਟ ਕਿਸੇ ਰਾਜਨੀਤਿਕ ਲੀਡਰ ਦੇ ਘਰ ਚਾਹ ਪੀ ਜਾਂਦਾ ਹੈ, ਜਾਂ ਇੱਕ ਆਰਟਿਸਟ ਕਿਸੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਕਿਸੇ ਰਾਜਨੀਤਿਕ ਲੀਡਰ ਨੂੰ ਦੇਖ ਕੇ ਬੋਲੀ ਪਾ ਦਿੰਦਾ ਹੈ, ਇੰਨੀ ਕੁ ਗੱਲ ਤੇ ਉਹਦੀ ਸਿਕਿਉਰਿਟੀ ਵਿਦਡਰਾਅ ਕਰ ਲਈ ਜਾਂਦੀ ਹੈ। ਜਦ ਕਿ ਸਟੇਟ ਦੇ ਵਿੱਚ ਇਹੋ ਜਿਹਾ ਮਾਹੌਲ ਹੈ ਕਿ ਜਿਨ੍ਹਾਂ ਦੇ ਕੋਲ ਸਿਕਿਉਰਿਟੀਆਂ ਮਿਲੀਆਂ ਹੋਈਆਂ ਨੇ, ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਉਹਨਾਂ ਦੀਆਂ ਜਾਨਾਂ ਜਾ ਰਹੀਆਂ ਨੇ। ਕੀ ਸੁਖਬੀਰ ਬਾਦਲ ਹੀ ਵਨ ਐਂਡ ਓਨਲੀ ਪਾਰਟੀ ਦਾ ਸਾਰਾ ਕੁਝ ਹੈ ਕਿ ਉਹੀ ਸਾਰਾ ਕੁਝ ਐਲਾਨ ਦਿੰਦੇ ਨੇ ਵੀ ਭਾਈ ਜਿਸ ਜਗ੍ਹਾ ਤੇ ਮੈਂ ਖੜਾ ਇੱਥੇ ਮੈਨੂੰ ਆਹ ਬੰਦਾ ਪਸੰਦ ਹੈ, ਇਹ ਉਮੀਦਵਾਰ ਹੈ? ਜਿਹੜੀਆਂ ਲਾਰੇਬਾਜ਼ ਪਾਰਟੀਆਂ ਨੇ, ਜਿਵੇਂ ਹੁਣ ਕਾਂਗਰਸ ਹੈ ਤੇ ਆਮ ਆਦਮੀ ਪਾਰਟੀ ਹੈ ਜੀ, ਇਹ ਲਾਰੇਬਾਜ਼ ਪਾਰਟੀਆਂ ਨੇ ਤਾਂ ਟਿਕਟਾਂ ਵੇਚਣੀਆਂ ਹੁੰਦੀਆਂ। ਅਸੀਂ ਟਿਕਟਾਂ ਦੇਣੀਆਂ ਸੇਵਾਦਾਰਾਂ ਨੂੰ। ਅਸੀਂ ਉਹਦੇ ਵਿੱਚੋਂ ਦੇਖਦੇ ਹਾਂ ਕਿ ਇਸ ਹਲਕੇ ਦੇ ਵਿੱਚ ਕਿਹੜੇ 2-4 ਸੇਵਾਦਾਰ ਜਿਹੜੇ ਸਾਡੀ ਪਾਰਟੀ ਦੇ ਸੇਵਾ ਕਰ ਰਹੇ ਨੇ, ਉਹਨਾਂ ਦੇ ਵਿੱਚੋਂ ਕੋਈ ਇੱਕ ਕਾਬਲ, ਇੱਕ ਬਹੁਤ ਮਿਹਨਤੀ ਉਮੀਦਵਾਰ ਦੇਖ ਕੇ ਉਸ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਥਾਪੜਾ ਦੇ ਦਿੰਦੇ ਨੇ ਔਰ ਸੰਗਤਾਂ ਦੇ ਵਿੱਚ ਥਾਪੜਾ ਦਿੰਦੇ ਨੇ। ਜਿਨ੍ਹਾਂ ਦਾ ਕੇਂਦਰ ਦਿੱਲੀ ਦੇ ਵਿੱਚ ਹੁੰਦਾ, ਜਿਨ੍ਹਾਂ ਦੇ ਹੈੱਡ ਆਫਿਸ ਦਿੱਲੀ 'ਚ ਹੁੰਦੇ ਨੇ, ਜਿਨ੍ਹਾਂ ਦੇ ਸੁਪਰੀਮੋ ਦਿੱਲੀ 'ਚ ਹੁੰਦੇ ਨੇ, ਉਹ ਪਾਰਟੀਆਂ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੀਆਂ। ਉਹ ਪੰਜਾਬ ਦੇ ਮਸਲਿਆਂ ਤੇ ਪਹਿਰਾ ਸਿਰਫ ਉਨਾ ਚਿਰ ਦੇ ਸਕਦੀਆਂ ਜਿੰਨਾ ਚਿਰ ਉਹ ਪੰਜਾਬ ਦੀ ਹੱਦ ਦੇ ਅੰਦਰ ਨੇ। ਨਾਲੇ ਦੂਜੀ ਜਗ੍ਹਾ ਇਲੈਕਸ਼ਨ ਨਹੀਂ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਪੰਜਾਬ ਦੇ ਵਿੱਚ ਤਕਰੀਬਨ ਹਰ ਪਾਰਟੀ ਨੇ 2027 ਦੇ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਅਸੀਂ ਲਗਾਤਾਰ ਰੈਲੀਆਂ ਦੇ ਦੌਰ ਦੇਖ ਰਹੇ ਹਾਂ, ਪਾਰਟੀਆਂ ਦੇ ਵਿੱਚ ਬੰਦਿਆਂ ਦਾ ਆਉਣਾ ਜਾਣਾ ਦੇਖ ਰਹੇ ਹਾਂ। 27 ਦੀ ਝਲਕ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਅੱਗੇ ਹੋ ਕੇ ਮੱਲ ਮਾਰ ਰਹੀ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ। ਵੱਖ-ਵੱਖ ਥਾਵਾਂ ਤੇ ਰੈਲੀਆਂ ਹੋ ਰਹੀਆਂ ਨੇ, ਰੈਲੀਆਂ ਦੇ ਵਿੱਚ ਭਰਵੇਂ ਇਕੱਠ ਵੀ ਨਜ਼ਰ ਆ ਰਹੇ ਨੇ। ਪਰ 2027 ਦੇ ਲਈ ਕਿਹੋ ਜਿਹੀ ਤਿਆਰੀ ਅੰਦਰ ਹੈ ਪਾਰਟੀ ਦੇ ਤੇ ਕਿਹੋ ਜਿਹੇ ਬਲੂਪ੍ਰਿੰਟ ਦੇ ਨਾਲ 2027 ਦੇ ਵਿੱਚ ਮੈਦਾਨ 'ਚ ਹੋਵੇਗੀ ਸ਼੍ਰੋਮਣੀ ਅਕਾਲੀ ਦਲ, ਉਸ ਦੇ ਬਾਬਤ ਗੱਲ ਕਰਾਂਗੇ। ਮੇਰੇ ਨਾਲ ਪਾਰਟੀ ਤੋਂ ਬੁਲਾਰੇ ਅਮਰੀਕ ਸਿੰਘ ਬੱਲੋਵਾਲ ਜੀ ਮੌਜੂਦ ਨੇ। ਸਰਦਾਰ ਸਾਹਿਬ ਦਾ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ, ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਸਾਰੇ ਦਰਸ਼ਕਾਂ ਦਾ ਤੇ ਤੁਹਾਡਾ ਮੈਂ ਸਵਾਗਤ ਕਰਦਾ ਹਾਂ। ਤੁਸੀਂ ਅੱਜ ਮੇਰੇ ਗ੍ਰਹਿ ਵਿਖੇ ਆਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਸਾਹਿਬ, ਸਭ ਤੋਂ ਪਹਿਲਾ ਸਵਾਲ ਕਿ ਠੀਕ ਹੈ ਸਾਰੇ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ, ਜਿੱਦਾਂ ਮੈਂ ਗੱਲ ਕੀਤੀ ਕਿ ਤੁਹਾਡੇ ਪਾਰਟੀ ਦੀਆਂ ਲਗਾਤਾਰ ਰੈਲੀਆਂ ਅਸੀਂ ਦੇਖ ਰਹੇ ਹਾਂ। ਸਾਰਿਆਂ ਦਾ ਮੁੱਖ ਸਵਾਲ ਇਹੀ ਆ ਕੇ ਖੜਦਾ ਵੀ ਭਾਈ 2027 ਦੇ ਲਈ ਤਿਆਰੀਆਂ 'ਚ ਤਾਂ ਲੱਗੇ ਹੋਏ ਹੋ, ਪਰ ਜਿਹੜੀਆਂ ਸਮੱਸਿਆਵਾਂ ਦੇ ਨਾਲ ਇਸ ਸਮੇਂ ਪੰਜਾਬ ਜੂਝ ਰਿਹਾ ਹੈ ਉਸ ਦੇ ਲਈ ਕੋਈ ਸਟਰੋਂਗ ਮੈਪ ਹੈਗਾ, ਕੋਈ ਬਲੂਪ੍ਰਿੰਟ ਤਿਆਰ ਹੋ ਰਿਹਾ ਹੈ ਜਿਹਦੇ ਨਾਲ ਆਪਾਂ ਪੰਜਾਬ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਕੱਢਣਾ? ਉਧਰ ਸਾਡੇ ਮੌਜੂਦਾ ਮੁੱਖ ਮੰਤਰੀ ਸਾਹਿਬ ਤਾਂ ਕਹੀ ਜਾਂਦੇ ਵੀ ਭਾਈ ਅਸੀਂ ਤਾਂ ਕਰਜ਼ਾ ਮੋੜਨਾ ਹੀ ਨਹੀਂ, ਜਦੋਂ ਕੇਂਦਰ ਵਾਲੇ ਕਰਨਗੇ ਆਪੇ ਹੀ ਦੇਖ ਲਾਂਗੇ। ਤੇ ਪਰ ਫਿਰ ਵੀ ਕਰਜ਼ਾ ਇੱਕ ਸੀਰੀਅਸ ਮੈਟਰ ਹੈ, ਫਿਰ ਵੀ ਨਸ਼ਾ ਇੱਕ ਸੀਰੀਅਸ ਮੈਟਰ ਹੈ, ਫਿਰ ਵੀ ਲਗਾਤਾਰ ਫੋਰਸਡ ਮਾਈਗ੍ਰੇਸ਼ਨ ਜਿਹੜੀ ਹੋ ਰਹੀ ਹੈ, ਧੱਕੇ ਨਾਲ
ਬਾਹਰ ਲੋਕਾਂ ਨੂੰ ਜਾਣਾ ਪੈ ਰਿਹਾ ਹੈ ਮਜਬੂਰੀ ਵਸ, ਇਹ ਸਾਰਾ ਕੁਝ ਹੈ। ਇਹਦੇ ਲਈ ਕੋਈ ਠੋਸ ਤਰੀਕਾ, ਠੋਸ ਤਿਆਰੀ ਕਰ ਰਹੀ ਹੈ ਅਕਾਲੀ ਦਲ? ਬਿਲਕੁਲ ਜੀ, ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਇਸ ਸਾਰੇ ਕੰਮ ਦੇ ਉੱਤੇ ਬਹੁਤ ਸੀਰੀਅਸਲੀ ਕੰਮ ਕਰ ਰਹੀ ਹੈ। ਬਲੂਪ੍ਰਿੰਟ ਤਿਆਰ ਕਰਨ ਵਾਸਤੇ, ਖਰੜਾ ਤਿਆਰ ਕਰਨ ਵਾਸਤੇ, ਜੋ ਰੋਡ ਮੈਪ ਹੈ ਜਿਸ ਦੇ ਨਾਲ ਪੰਜਾਬ ਨੂੰ ਇੰਨੀ ਬੱਤਰ ਹਾਲਾਤ ਦੇ ਵਿੱਚੋਂ ਖੁਸ਼ਹਾਲੀ ਵਾਲੇ ਪਾਸੇ ਲੈ ਕੇ ਜਾਣਾ, ਉਹਦੇ ਤੇ ਨਿਰੰਤਰ ਕੰਮ ਚੱਲ ਰਿਹਾ ਜੀ। ਜਿੱਥੋਂ ਤੱਕ ਮੁੱਖ ਮੰਤਰੀ ਸਾਹਿਬ ਦੀ ਗੱਲ ਹੈ, ਮੁੱਖ ਮੰਤਰੀ ਸਾਹਿਬ ਤਾਂ ਪੜੋਲ ਮਾਰਨ ਦੇ ਵਿੱਚ ਬਹੁਤ ਜ਼ਿਆਦਾ ਮਾਹਰ ਨੇ। ਉਹਨਾਂ ਦੀ ਕਿਸੇ ਵੀ ਗੱਲ ਦੀ ਕੋਈ ਤੁਕ ਨਹੀਂ ਨਿਕਲਦੀ, ਕੋਈ ਅਰਥ ਨਹੀਂ ਨਿਕਲਦਾ। ਹੁਣ ਮੁੱਖ ਮੰਤਰੀ ਸਾਹਿਬ ਮੀਡੀਆ ਦੇ ਉੱਤੇ ਬੈਠ ਕੇ ਕਹਿੰਦੇ ਨੇ ਕਿ ਕਰਜ਼ਾ ਜਿਹੜਾ ਹੈ ਇਹ ਮੋੜਨ ਲਈ ਨਹੀਂ ਹੁੰਦਾ ਤੇ ਜੇ ਮੁੱਖ ਮੰਤਰੀ ਸਾਹਿਬ ਦੀ ਗੱਲ ਨੂੰ ਬੇਸ ਬਣਾ ਕੇ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਕਰਜ਼ਾ ਮੋੜਨਾ ਬੰਦ ਕਰ ਦੇਣ, ਬਿਲਕੁਲ, ਕੀ ਮੁੱਖ ਮੰਤਰੀ ਸਾਹਿਬ ਉਸ ਚੀਜ਼ ਨੂੰ ਬਰਦਾਸ਼ਤ ਕਰਨਗੇ? ਜਦੋਂ ਤਾਂ ਪੰਜਾਬ ਦਾ ਮਜ਼ਦੂਰ ਆਪਣੀਆਂ ਕਿਸ਼ਤਾਂ ਨਹੀਂ ਦੇ ਪਾਉਂਦਾ, ਆਪਣਾ ਕਰਜ਼ਾ ਨਹੀਂ ਮੋੜ ਪਾਉਂਦਾ, ਤਾਂ ਤੁਸੀਂ ਉਸ ਨੂੰ ਆ ਕੇ ਜ਼ਲੀਲ ਕਰਦੇ ਹੋ, ਕੁਰਕੀ ਹੋ ਜਾਂਦੀ ਹੈ, ਉਹਦੀ ਕੁਰਕੀ ਹੁੰਦੀ ਹੈ, ਉਹਨੂੰ ਘਰ ਵਿੱਚ ਆ ਕੇ ਜ਼ਲੀਲ ਕੀਤਾ ਜਾਂਦਾ ਹੈ। ਹਾਲਾਤ ਇਹੋ ਜਿਹੇ ਬਣਾ ਦਿੱਤੇ ਜਾਂਦੇ ਨੇ ਕਿ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਜਦੋਂ ਸਰਕਾਰਾਂ ਦੀਆਂ ਬਦਨੀਤੀਆਂ ਕਰਕੇ ਆਪਣੇ ਲਏ ਹੋਏ ਕਰਜ਼ੇ ਨੂੰ ਮੋੜਨ ਦੇ ਵਿੱਚ ਅਸਫਲ ਹੋ ਜਾਂਦਾ ਹੈ, ਕਿਸ਼ਤਾਂ ਦੇਣ 'ਚ ਅਸਫਲ ਹੋ ਜਾਂਦਾ ਹੈ, ਫਿਰ ਉਹਦੇ ਅੱਗੇ ਇੱਕੋ ਇੱਕ ਰਾਹ ਬਚਦਾ ਹੈ, ਉਹ ਮੌਤ ਦਾ। ਜਾਂ ਫਿਰ ਉਹ ਸਲਫਾਸ ਖਾ ਕੇ ਮੌਤ ਨੂੰ ਗਲ ਲਾਉਂਦਾ ਹੈ, ਜਾਂ ਫਿਰ ਗਲ ਦੇ ਵਿੱਚ ਰੱਸਾ ਪਾ ਕੇ ਉਹ ਮੌਤ ਨੂੰ ਗਲ ਲਾਉਂਦਾ ਹੈ। ਦੂਜੇ ਪਾਸੇ ਨੈਸ਼ਨਲ ਟੀਵੀ ਚੈਨਲ ਦੇ ਉੱਤੇ ਬੈਠ ਕੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਕਰਜ਼ਾ ਤਾਂ ਅਸੀਂ ਮੋੜਨਾ ਹੀ ਨਹੀਂ। ਜੇ ਮੁੱਖ ਮੰਤਰੀ ਸਾਹਿਬ ਸੱਚਮੁੱਚ ਆਪਣੀ ਇਸ ਗੱਲ ਤੇ ਸਟੈਂਡ ਕਰਦੇ ਨੇ ਕਿ ਕਰਜ਼ਾ ਮੋੜਨ ਲਈ ਨਹੀਂ ਹੁੰਦਾ ਤੇ ਮੋੜਨਾ ਨਹੀਂ, ਤਾਂ ਫਿਰ ਪੰਜਾਬ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਖੁੱਲ੍ਹਾ ਜਿਹੜਾ ਸੱਦਾ ਦੇ ਦੇਣਾ ਚਾਹੀਦਾ ਕਿ ਕਰਜ਼ਾ ਬਿਲਕੁਲ ਵਾਪਸ ਨਾ ਕਰੋ। ਆ ਦੋ ਆਪਾਂ ਹੁਣੇ ਹੀ ਮੌਤਾਂ ਦੇਖੀਆਂ ਨੇ, ਫਰੀਦਕੋਟ 'ਚ ਹੋਈਆਂ ਨੇ, ਦੋ ਸਕੇ ਭਾਈ ਟ੍ਰੇਨ ਅੱਗੇ ਲੰਮੇ ਪੈ ਗਏ ਕਰਜ਼ੇ ਕਰਕੇ। ਉਹਨਾਂ ਨੂੰ ਕਹਿ ਦਿੰਦੇ ਵੀ ਭਾਈ ਜਦ ਅਸੀਂ ਸਟੇਟ ਦੇ ਉੱਤੇ ਚੜਿਆ ਕਰਜ਼ਾ ਨਹੀਂ ਮੋੜਨਾ, ਤੁਸੀਂ ਵੀ ਨਾ ਮੋੜੋ, ਘੱਟੋ ਘੱਟ ਜਾਨ ਤਾਂ ਸੌਖੀ ਹੋ ਜਾਊ ਮਜ਼ਦੂਰ ਵਰਗ ਦੀ, ਕਿਸਾਨ ਵਰਗ ਦੀ, ਉਹ ਉਹਦੇ 'ਚੋਂ ਤਾਂ ਨਿਕਲ ਆਉਣਗੇ। ਦੇਖੋ, ਕਿਸਾਨਾਂ ਤੇ ਮਜ਼ਦੂਰਾਂ ਦੇ ਖੂਨ ਨੂੰ ਤਾਂ ਨਿਚੋੜ ਕੇ ਇਹ ਜੂਸ ਵਾਂਗੂ ਪੀਂਦੇ ਨੇ। ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਭਾਵੇਂ ਇਹ ਕਹਿੰਦੇ ਸੀ ਵੀ ਅਸੀਂ ਆਮ ਘਰਾਂ ਚੋਂ ਉੱਠ ਕੇ ਆਏ ਆ, ਹੁਣ ਇਹ ਵੀ ਇੱਕ ਬਹੁਤ ਵੱਡੀ ਸ਼ਸ਼ੋਪੰਜ ਪੈਦਾ ਹੋ ਗਈ ਹੈ। ਕਹਿਣ ਨੂੰ ਤਾਂ ਅਸੀਂ ਵੀ ਆਮ ਘਰਾਂ ਦੇ ਆ, ਸਧਾਰਨ ਪਰਿਵਾਰਾਂ ਦੇ ਆ, ਸਧਾਰਨ ਮੱਧ ਵਰਗੀ ਗਰੀਬ ਕਿਸਾਨਾਂ ਦੇ ਪੁੱਤਾਂ, ਪਰ ਇਹ ਜਿਹੜੇ ਆਮ ਆਦਮੀ ਦਾ ਮਖੌਟਾ ਪਹਿਨ ਕੇ ਆਏ ਲੋਕ ਸੀ, ਜਿਸ ਤਰੀਕੇ ਨਾਲ ਇਹਨਾਂ ਦੇ ਅੰਦਰ ਸੱਤਾ ਦੀ ਭੁੱਖ ਪਣਪ ਰਹੀ ਸੀ, ਜਿਸ ਤਰੀਕੇ ਨਾਲ ਇਹਨੀ ਸੱਤਾ ਹਥਿਆ ਕੇ ਪੰਜਾਬ ਦੇ ਲੋਕਾਂ ਦੀ ਲੁੱਟ ਕੀਤੀ ਹੈ, ਕਸੁੱਟ ਕੀਤੀ ਹੈ, ਇਹਨਾਂ ਨੇ ਲੋਕਾਂ ਨੂੰ ਇਹ ਗੱਲ ਮੰਨਣ ਦੇ ਉੱਤੇ ਮਜਬੂਰ ਕਰ ਦਿੱਤਾ ਵੀ ਰਾਜੇ ਰਜਵਾੜੇ ਪਰਿਵਾਰਾਂ ਦੀ ਸਿਆਸਤ ਜਿਹੜੀ ਹੈ ਉਹੀ ਪੰਜਾਬ ਨੂੰ ਰਾਸ ਆਊਗੀ। ਜੇ ਤੁਸੀਂ ਸਧਾਰਨ ਘਰਾਂ ਦੇ ਪੁੱਤਾਂ ਨੂੰ ਸੱਤਾ ਵਿੱਚ ਲੈ ਕੇ ਆਉਂਗੇ ਤਾਂ ਇਹ ਲੁੱਟ ਕੇ ਪੰਜਾਬ ਨੂੰ ਹੋਰ ਕੰਗਾਲ ਕਰ ਦੇਣਗੇ। ਇਹਨਾਂ ਨੇ ਸਾਡੇ ਵਰਗੇ ਜਿਹੜੇ ਇਮਾਨਦਾਰ, ਪੰਜਾਬ ਦੇ ਲਈ ਪਿਆਰ ਰੱਖਣ ਵਾਲੇ, ਪੰਜਾਬ ਦਾ ਦਰਦ ਰੱਖਣ ਵਾਲੇ, ਆਮ ਸਧਾਰਨ ਘਰਾਂ ਦੇ ਕਿਸਾਨਾਂ ਮਜ਼ਦੂਰਾਂ ਦੇ ਪੁੱਤ ਸਿਆਸਤ ਦੇ ਵਿੱਚ ਆਪਣੀ ਜਿਹੜਾ ਭੁੱਖ ਅਜਮਾ ਰਹੇ ਨੇ, ਉਹਨਾਂ ਵਾਸਤੇ ਵੀ ਕੰਡੇ ਬੀਜ ਦਿੱਤੇ। ਹੁਣ ਤੁਸੀਂ ਦੇਖੋ ਕਿ ਆਰਥਿਕ ਮੰਦਹਾਲੀ ਦੇ ਕਾਰਨ ਕਿਸਾਨ ਤੇ ਮਜ਼ਦੂਰ ਆਤਮ ਹੱਤਿਆ ਕਰਦੇ ਤਾਂ ਆਪਾਂ ਸੁਣੇ ਸੀ, ਬਿਲਕੁਲ, ਪਰ ਇੱਕ ਵੈਲ ਐਜੂਕੇਟਡ, ਰੁਤਬੇ ਵਾਲਾ ਇਨਸਾਨ, ਚੰਗੀ ਨੌਕਰੀ ਕਰਨ ਵਾਲਾ ਇਨਸਾਨ, ਡੀਐਮ ਦੇ ਅਹੁਦੇ ਉੱਤੇ ਬੈਠਾ ਹੋਇਆ ਇਨਸਾਨ, ਜਿਹਨੂੰ ਕਿਸੇ ਤਰ੍ਹਾਂ ਦੀ ਕੋਈ ਟੋਟ ਨਹੀਂ, PhD ਹੋਲਡਰ ਹੈ, ਪੜ੍ਹਿਆ ਲਿਖਿਆ ਹੈ ਔਰ ਰਸੂਖਦਾਰ ਹੈ, ਔਰ ਮਹਿਕਮੇ ਦੇ ਵਿੱਚ ਉਹਦਾ ਅਸਰ ਰਸੂਖ ਹੈ, ਉਹਦੇ ਅਫਸਰਾਂ ਦੇ ਵਿੱਚ ਉਹਦਾ ਅਸਰ ਰਸੂਖ ਹੈ, ਉਸ ਵਿਅਕਤੀ ਨੂੰ ਵੀ ਇਹਨਾਂ ਦੀਆਂ ਬਦਨੀਤੀਆਂ ਕਰਕੇ ਸਲਫਾਸ ਪੀਣੀ ਪੈ ਗਈ। ਕਿਸਾਨ ਤੇ ਮਜ਼ਦੂਰ ਸਲਫਾਸ ਪੀਣ, ਇਹ ਤਾਂ ਅੱਜ ਸਮਾਜ ਨੂੰ ਆਮ ਲੱਗਣ ਲੱਗ ਪਿਆ, ਕਿਉਂਕਿ ਵੈਸੇ ਤਾਂ ਇਹ ਵੀ ਬਹੁਤ ਮੰਦਭਾਗਾ ਹੈ ਕਿਸੇ ਮਾਂ ਦੇ ਪੁੱਤ ਨੂੰ ਇਸ ਰਾਹੇ ਜਾਣ ਵਾਸਤੇ ਮਜਬੂਰ ਕਰਨਾ, ਸਲਫਾਸ ਪੀਣ ਲਈ ਜਾਂ ਫਾਹਾ ਲੈਣ ਲਈ ਮਜਬੂਰ ਕਰਨਾ, ਇਹ ਬਹੁਤ ਮੰਦਭਾਗਾ ਹੈ। ਪਰ ਇਸ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਮੌਤ ਨੂੰ ਤਾਂ ਇੱਕ ਆਮ ਜੀ ਅਖਬਾਰ ਦੀ ਖਬਰ ਬਣਾ ਕੇ ਰੱਖ ਦਿੱਤਾ। ਹੁਣ ਤਾਂ ਜਿਹੜੇ ਵੈਲ ਐਜੂਕੇਟਡ, ਵੈਲ ਰੈਪਿਊਟੇਟਡ ਆਫੀਸਰ ਨੇ, ਉਹ ਵੀ ਇਹਨਾਂ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰਨ ਵਾਲੇ ਪਾਸੇ ਨੂੰ ਤੁਰ ਪਏ। ਸੋ ਬਹੁਤ ਚਿੰਤਾਜਨਕ ਹਾਲਾਤ ਪੰਜਾਬ 'ਚ ਬਣੇ ਹੋਏ ਆ। ਬਿਲਕੁਲ, ਇਹ ਜਿਹੜੀ ਤੁਸੀਂ ਸਥਿਤੀ ਦਾ ਵਿਖਿਆਨ ਕੀਤਾ, ਇਹ ਸਥਿਤੀ ਸਾਰੀ ਉਹੋ ਹੀ ਹੈ। ਇਹਦੀ ਜੜ ਦੇ ਵਿੱਚ ਪਏ ਹੋਏ ਮੁੱਦੇ, ਜਿਹੜਾ ਮੁੱਖ ਕਾਰਨ ਹੈ, ਮੂਲ ਕਾਰਨ, ਉਹ ਪੰਜਾਬ ਦੀ ਜਿਹੜੀ ਇਕੋਨਮੀ ਨੂੰ ਸੱਟ ਵੱਜੀ ਹੈ ਲਗਾਤਾਰ। ਇਹ ਬੇਸ਼ੱਕ ਆਪਾਂ 90ਵਿਆਂ ਤੋਂ ਦੇਖ ਲਈਏ, ਜਦੋਂ ਤੋਂ ਇੱਕ ਸਮਾਂ ਸੀ ਕਹਿੰਦੇ ਪੰਜਾਬ ਦੀ ਜਿਹੜੀ ਆਲ ਓਵਰ GDP ਸੀ ਉਹ ਦੇਸ਼ ਦੇ ਮੁਕਾਬਲੇ ਕਿਤੇ ਵੱਧ ਸੀ। ਦੇਸ਼ ਸਾਨੂੰ ਇੱਕ ਐਗਜ਼ਾਮਪਲ ਦੇ ਰੂਪ 'ਚ ਦੇਖਦਾ ਸੀ ਵੀ ਭਾਈ ਆਹ ਹੈ ਅਸਲ ਦੇ ਵਿੱਚ ਗਰੋਥ, ਇਹਨੂੰ ਕਹਿੰਦੇ ਨੇ। ਇਸ ਗਰੋਥ ਰੇਟ ਤੇ ਜੇਕਰ ਅਸੀਂ ਅੱਗੇ ਵਧੀਏ ਫਿਰ ਸਾਡਾ ਕੁਝ ਹੋ ਸਕਦਾ ਹੈ। ਪਰ ਅੱਜ ਜਦੋਂ ਪੰਜਾਬ ਦੀ ਹਾਲਤ ਦੇਖਦੇ ਹਾਂ, ਪੰਜਾਬ
ਉਹਨਾਂ ਸੂਬਿਆਂ ਦੇ ਵਿੱਚ ਹੇਠਲਿਆਂ ਸੂਬਿਆਂ 'ਚ ਆਉਂਦਾ ਜਿਨ੍ਹਾਂ ਦੇ ਸਿਰ ਸਭ ਤੋਂ ਵੱਧ ਕਰਜ਼ਾ ਹੈ, ਜਿਨ੍ਹਾਂ ਦੀ ਗਰੋਥ ਬਹੁਤ ਘੱਟ ਹੋ ਰਹੀ ਹੈ, ਐਕਸਪੈਂਡੀਚਰ ਤੇ ਪੈਸਾ ਨਹੀਂ ਖਰਚਿਆ ਜਾ ਰਿਹਾ, ਤੇ ਇੰਡਸਟਰੀ ਜਿਹੜੀ ਹੈ ਉਹ ਇੱਥੋਂ ਪੱਟ ਹੋ ਕੇ ਜਾਂ ਤਾਂ ਸਿੱਧੀ ਹਿਮਾਚਲ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਵੱਧ ਰਿਆਇਤਾਂ ਮਿਲੀਆਂ ਹੋਈਆਂ ਨੇ ਇੰਡਸਟਰੀ ਦੇ ਲੈਵਲ ਤੇ, ਉੱਥੇ ਜਾ ਕੇ ਇੰਡਸਟਰੀ ਲੱਗਦੀ ਹੈ, ਜਾਂ ਫਿਰ ਸਿੱਧਾ ਯੋਗੀ ਹੋਣਾ ਨਾਲ ਮੀਟਿੰਗ ਕਰਦੇ ਨੇ ਤੇ ਉਧਰ ਨੂੰ ਚਲੇ ਜਾਂਦੀ ਹੈ। ਕਹਿਣ ਨੂੰ ਆਪਾਂ ਕਹਿੰਦੇ ਵੀ ਉੱਥੇ ਤਾਂ ਜੀ ਗੁੰਡਾ ਰਾਜ ਹੈ। ਫਿਰ ਇੰਡਸਟਰੀ ਆਉਣੀ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਤੁਸੀਂ ਕਿਸਾਨਾਂ ਦੀ ਗੱਲ ਕੀਤੀ, ਉਸ ਤੋਂ ਬਾਅਦ ਹੁਣ ਮਜ਼ਦੂਰਾਂ ਦੀ ਜੇਕਰ ਗੱਲ ਕਰੀਏ, ਜਿੱਦਾਂ ਮੈਂ ਸੁਣਿਆ ਸੁਖਬੀਰ ਬਾਦਲ ਹੋਣੀ ਕਹਿ ਰਹੇ ਸੀ ਵੀ ਆਪਾਂ ਕੰਢੀ ਖੇਤਰ ਲਈ ਸਪੈਸ਼ਲ ਪੈਕੇਜ ਰੱਖ ਲਵਾਂਗੇ, ਆਪਾਂ ਇੱਥੇ ਇੰਡਸਟਰੀ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਲੱਗਦਾ ਕਿ ਕੋਈ ਇਦਾਂ ਦੀ ਸਕੀਮ ਲਿਆਂਦੀ ਜਾ ਸਕਦੀ ਹੈ ਉਹਨਾਂ ਸਟੇਟਾਂ ਦੇ ਵਿਚਾਲੇ ਬੈਠੇ ਹੋਣ ਦੇ ਬਾਵਜੂਦ ਜਿਨ੍ਹਾਂ ਸਟੇਟਾਂ ਨੂੰ ਬਹੁਤ ਜ਼ਿਆਦਾ ਰਿਆਇਤਾਂ ਦਿੱਤੀਆਂ ਹੋਈਆਂ ਨੇ ਇੰਡਸਟਰੀ ਲਾਉਣ ਦੇ ਲਈ। ਪੰਜਾਬ 'ਚ ਇੰਡਸਟਰੀ ਕਿਉਂ ਤੇ ਕਿਵੇਂ ਆਊਗੀ, ਕੋਈ ਉਹਦੇ ਲਈ ਬਲੂਪ੍ਰਿੰਟ ਹੈ? ਵੇਖੋ, ਜੋ ਅੱਜ ਪੰਜਾਬ ਦੇ ਮਾੜੇ ਹਾਲਾਤ ਬਣੇ ਨੇ, ਜਿਹੜਾ ਪੰਜਾਬ 'ਚੋਂ ਇੰਡਸਟਰੀ ਬਿਲਕੁਲ ਵਾਈਪ ਆਊਟ ਹੋ ਗਈ ਹੈ, ਕੋਈ ਇੱਥੇ ਰੁਜ਼ਗਾਰ ਨਹੀਂ ਲਾਉਣਾ ਚਾਹੁੰਦਾ, ਕੋਈ ਇੰਡਸਟਰੀ ਨਹੀਂ ਲਾਉਣਾ ਚਾਹੁੰਦਾ, ਕੋਈ ਫੈਕਟਰੀ ਨਹੀਂ ਲਾਉਣਾ ਚਾਹੁੰਦਾ, ਉਹ ਉੱਠ ਕੇ ਜਾ ਰਹੀਆਂ। ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇੱਥੇ ਰਹਿਣ ਵਾਲਾ ਕੋਈ ਵੀ ਬਛਿੰਦਾ ਆਪਣੇ ਜਾਨ ਤੇ ਮਾਲ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਜੀ। ਚਾਹੇ ਕੋਈ ਵਿਅਕਤੀ ਕਿਸੇ ਪ੍ਰੋਫੈਸ਼ਨ ਦੇ ਵਿੱਚ ਵੀ ਕਾਮਯਾਬ ਹੋਇਆ ਹੋਵੇ, ਚਾਹੇ ਉਹ ਸੰਗੀਤਕ ਜਗਤ ਦੇ ਵਿੱਚ ਨਾਮ ਖੱਟਿਆ ਹੋਵੇ, ਚਾਹੇ ਉਹ ਫਿਲਮ ਇੰਡਸਟਰੀ ਦੇ ਵਿੱਚ ਨਾਮ ਨਾ ਖੱਟਦਾ ਹੈ, ਪੈਸੇ ਕਮਾਉਂਦਾ ਹੈ, ਚਾਹੇ ਫੈਕਟਰੀ ਵਾਲੇ ਨੇ, ਬਿਜ਼ਨਸਮੈਨ, ਛੋਟੇ ਕਾਰੋਬਾਰੀ, ਵੱਡੇ ਕਾਰੋਬਾਰੀ, ਸਾਰਿਆਂ ਨੂੰ ਗੈਂਗਸਟਰਾਂ ਦੀਆਂ ਫਿਰੌਤੀਆਂ ਵਾਸਤੇ ਧਮਕੀਆਂ ਆ ਰਹੀਆਂ। ਲਗਾਤਾਰ ਉਹਨਾਂ ਨੂੰ ਧਮਕਾਇਆ ਜਾ ਰਿਹਾ, ਡਰਾਇਆ ਜਾ ਰਿਹਾ, ਉਹਨਾਂ ਦੇ ਘਰਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਨੇ, ਉਹਨਾਂ ਦੇ ਕਾਰੋਬਾਰ ਉੱਤੇ ਗੋਲੀਆਂ ਚੱਲ ਰਹੀਆਂ। ਤੇ ਇਹੋ ਜਿਹੇ ਹਾਲਾਤਾਂ ਨੂੰ ਨੱਥ ਪਾਉਣ ਦੇ ਵਿੱਚ ਆਮ ਆਦਮੀ ਪਾਰਟੀ ਬਿਲਕੁਲ ਅਸਫਲ ਹੋਈ ਹੈ, ਫੇਲ ਹੋਈ ਹੈ। ਗੈਂਗਸਟਰਾਂ ਉੱਤੇ ਕਾਰਵਾਈ ਤਾਂ ਕੀ ਕਰਨੀ ਹੈ? ਚੋਟੀ ਦੇ ਗੈਂਗਸਟਰਾਂ ਦੀਆਂ ਇੰਟਰਵਿਊ ਤਾਂ ਪੰਜਾਬ ਸਰਕਾਰ ਨੇ ਖਰੜ ਦੇ ਇੱਕ ਥਾਣੇ ਦੇ ਵਿੱਚੋਂ ਆਪ ਟੈਲੀਕਾਸਟ ਕਰਾਈਆਂ। ਜਿਹੜੀ ਸਰਕਾਰ ਜੇਲ੍ਹ ਦੇ ਵਿੱਚ ਬੰਦ ਖਤਰਨਾਕ ਅਪਰਾਧੀਆਂ ਨੂੰ, ਖਤਰਨਾਕ ਗੈਂਗਸਟਰਾਂ ਨੂੰ ਮੌਕਾ ਦੇਵੇ ਕਿ ਉਹ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ, ਪੁਲਿਸ ਦੀ ਕੈਦ ਵਿੱਚ ਹੋਣ ਦੇ ਬਾਵਜੂਦ ਮੀਡੀਆ ਦੇ ਉੱਤੇ ਆ ਕੇ ਬਾਈਟਸ ਦੇਣ, ਇੰਟਰਵਿਊਜ਼ ਕਰਨ ਔਰ ਆਪਣਾ ਪੱਖ ਲੋਕਾਂ ਦੇ ਵਿੱਚ ਪੇਸ਼ ਕਰਕੇ ਆਪਣੇ ਆਪ ਨੂੰ ਇੱਕ ਹੀਰੋ ਬਣਾ ਕੇ ਪੇਸ਼ ਕਰਨ, ਉਹ ਸਰਕਾਰ ਫਿਰ ਗੈਂਗਸਟਰਾਂ ਦੇ ਉੱਤੇ ਕਾਰਵਾਈ ਕਿੱਥੋਂ ਕਰ ਸਕਦੀ ਹੈ? ਸੋ ਇਹ ਗੈਂਗਸਟਰਿਜ਼ਮ ਨੂੰ ਖਤਮ ਕਰਨ ਦਾ ਜੋ ਡਰਾਮਾ ਸਰਕਾਰ ਕਰ ਰਹੀ ਹੈ ਉਹ ਸਿਰਫ ਅਖਬਾਰੀ ਬਿਆਨਾਂ ਵਿੱਚ ਹੈ, ਜਾਂ ਜਿਵੇਂ ਪੰਜਾਬ ਦੇ ਉੱਤੇ ਇੱਕ ਦੌਰ ਆਇਆ ਸੀ ਜਦੋਂ ਕਿਸੇ ਵੀ ਪੰਜਾਬ ਦੇ ਨੌਜਵਾਨ ਨੂੰ ਫੜ ਕੇ ਅੱਤਵਾਦੀ ਐਲਾਨ ਕੇ ਮਾਰ ਦਿੱਤਾ ਜਾਂਦਾ ਸੀ, ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਾਂਦਾ ਸੀ। ਉਹੀ ਸੇਮ ਟ੍ਰੈਂਡ ਜਿਹੜਾ ਹੈ ਅੱਜ ਫੇਰ ਪੰਜਾਬ ਦੇ ਵਿੱਚ ਚੱਲ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਦੇ ਵਿੱਚ ਕਿਤੇ ਨਾ ਕਿਤੇ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ। ਜੋ ਕੁਝ ਉਸ ਵਕਤ ਹੋ ਰਿਹਾ ਸੀ ਉਹੀ ਅੱਜ ਹੋ ਰਿਹਾ ਹੈ। ਉਦੋਂ ਅੱਤਵਾਦੀ ਕਹਿ ਕੇ ਮਾਰਿਆ ਜਾ ਰਿਹਾ ਸੀ, ਅੱਜ ਨਸ਼ੇ ਦੇ ਸੁਦਾਗਰ ਕਹਿ ਕੇ ਜਾਂ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ। ਗੈਂਗਸਟਰਾਂ ਨੂੰ ਮਾਰਨ ਦਾ ਨਾਂ ਦੇ ਕੇ ਪੰਜਾਬ ਦੇ ਪੁੱਤਾਂ ਦਾ ਖੂਨ ਵਹਾਇਆ ਜਾ ਰਿਹਾ। ਆਪਾਂ ਜਾਣਦੇ ਹਾਂ ਗੁਰਦਾਸਪੁਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਦਾ ਝੂਠਾ ਪੁਲਿਸ ਮੁਕਾਬਲਾ ਜਿਹੜਾ ਉਹ ਕੀਤਾ ਗਿਆ, ਉਹ ਬਿਲਕੁਲ ਨੰਗਾ ਚਿੱਟਾ ਸੱਚ ਹੈ, ਸਾਰਿਆਂ ਦੇ ਸਾਹਮਣੇ ਆ ਗਿਆ। ਅੱਜ ਜਿਹੜਾ ਪੰਜਾਬ ਦੇ ਵਿੱਚੋਂ ਗਰੋਥ ਘਟ ਰਹੀ ਹੈ, ਇਹਦਾ ਸਭ ਤੋਂ ਵੱਡਾ ਕਾਰਨ ਗੈਂਗਸਟਰਿਜ਼ਮ ਹੈ, ਬਦਮਾਸ਼ੀ ਹੈ। ਔਰ ਉਹ ਬਦਮਾਸ਼ ਇਹਨਾਂ ਨੇ ਪਾਲੇ ਹੋਏ ਨੇ, ਉਹ ਗੁੰਡੇ ਇਹਨਾਂ ਨੇ ਪਾਲੇ ਹੋਏ ਨੇ, ਉਹ ਸਾਡੇ ਸਾਹਮਣੇ ਆ ਗਿਆ। ਲਾਲਜੀਤ ਭੁੱਲਰ ਵਾਲੇ ਮਸਲੇ ਦੇ ਵਿੱਚ ਲਾਲਜੀਤ ਭੁੱਲਰ ਖੁਦ ਡੀਐਮ ਸਾਹਿਬ ਨੂੰ ਇਹ ਧਮਕੀ ਦਿੰਦਾ ਕਿ ਮੈਂ ਗੈਂਗਸਟਰਾਂ ਦੇ ਕੋਲੋਂ ਤੇਰੀ ਧੀ ਨੂੰ ਚੁਕਵਾ ਲਊਂਗਾ, ਮੈਂ ਤੇਰੇ ਬੱਚਿਆਂ ਨੂੰ ਚੁਕਵਾ ਲਊਂਗਾ, ਮੈਂ ਤੇਰਾ ਪਰਿਵਾਰ ਖਤਮ ਕਰ ਦਊਂਗਾ, ਮੈਂ ਗੈਂਗਸਟਰਾਂ ਨੂੰ ਕਹਿ ਕੇ ਤੈਨੂੰ ਖਤਮ ਕਰ ਦਊਂਗਾ। ਸੋ ਗੈਂਗਸਟਰਾਂ ਦਾ ਤਾਂ ਸਰਕਾਰ ਦਾ ਨੈਕਸਸ ਜਿੰਨਾ ਚਿਰ ਟੁੱਟਦਾ ਨਹੀਂ, ਜਿੰਨਾ ਚਿਰ ਗੈਂਗਸਟਰਾਂ ਦੇ ਮਨ ਦੇ ਵਿੱਚ ਸਰਕਾਰ ਦਾ ਡਰ ਨਹੀਂ ਪੈਦਾ ਹੁੰਦਾ, ਖੌਫ ਨਹੀਂ ਪੈਦਾ ਹੁੰਦਾ, ਉਨਾ ਸਮਾਂ ਪੰਜਾਬ ਦੇ ਵਿੱਚ ਨਾ ਇੰਡਸਟਰੀ ਲੱਗ ਸਕਦੀ ਹੈ, ਨਾ ਫੈਕਟਰੀ ਲੱਗ ਸਕਦੀ ਹੈ। ਹੁਣ ਤੁਸੀਂ ਦੇਖੋ ਕਿ ਆਰਟਿਸਟ ਸਾਰਿਆਂ ਦੇ ਸਾਂਝੇ ਹੁੰਦੇ ਨੇ। ਬਿਲਕੁਲ, ਇੱਕ ਆਰਟਿਸਟ ਕਿਸੇ ਰਾਜਨੀਤਿਕ ਲੀਡਰ ਦੇ ਘਰ ਚਾਹ ਪੀ ਜਾਂਦਾ ਹੈ, ਜਾਂ ਇੱਕ ਆਰਟਿਸਟ ਕਿਸੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਕਿਸੇ ਰਾਜਨੀਤਿਕ ਲੀਡਰ ਨੂੰ ਦੇਖ ਕੇ ਬੋਲੀ ਪਾ ਦਿੰਦਾ ਹੈ, ਇੰਨੀ ਕੁ ਗੱਲ ਤੇ ਉਹਦੀ ਸਿਕਿਉਰਿਟੀ ਵਿਦਡਰਾਅ ਕਰ ਲਈ ਜਾਂਦੀ ਹੈ। ਜਦ ਕਿ ਸਟੇਟ ਦੇ ਵਿੱਚ ਇਹੋ ਜਿਹਾ ਮਾਹੌਲ ਹੈ ਕਿ ਜਿਨ੍ਹਾਂ ਦੇ ਕੋਲ ਸਿਕਿਉਰਿਟੀਆਂ ਮਿਲੀਆਂ ਹੋਈਆਂ ਨੇ, ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਉਹਨਾਂ ਦੀਆਂ ਜਾਨਾਂ ਜਾ ਰਹੀਆਂ ਨੇ ਤੇ ਸਿਕਿਉਰਿਟੀ ਉਹਨਾਂ ਨੂੰ ਬਚਾ ਨਹੀਂ ਪਾਉਂਦੀ। ਤੇ ਫਿਰ ਇਹੋ ਜਿਹੇ ਸੈਂਸਿਟਿਵ ਮਾਹੌਲ ਦੇ ਵਿੱਚ ਜਿਹੜੇ ਵੱਧ ਥ੍ਰੈਟ ਵਾਲੇ ਆਰਟਿਸਟ ਨੇ, ਉਹਨਾਂ ਦੀ ਸਿਕਿਉਰਿਟੀ ਨੂੰ ਵਿਦਡਰਾਅ ਕਰ ਲੈਣਾ, ਇਹ ਸਾਫ਼ ਜ਼ਾਹਰ ਦੱਸਦਾ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਕਲੀਅਰ ਸੁਨੇਹਾ ਦੇ ਦਿੱਤਾ ਹੈ ਕਿ ਜੇ ਤੁਸੀਂ ਸਾਡੇ ਨਾਲ ਹੋ, ਜੇ ਤੁਸੀਂ ਸਾਡੇ ਝੂਠ ਦੇ ਉੱਤੇ ਖੜੇ ਹੋ ਤਾਂ ਤੁਸੀਂ ਸੁਰੱਖਿਅਤ ਹੋ, ਜੇ ਤੁਸੀਂ ਸੱਚ ਦੀ ਗੱਲ ਕਰੋਗੇ, ਸੱਚ ਦੀ ਆਵਾਜ਼ ਬੁਲੰਦ ਕਰੋਗੇ ਤਾਂ ਅਸੀਂ ਤੁਹਾਡੇ ਉੱਤੇ ਗੈਂਗਸਟਰਾਂ ਦਾ ਹਮਲਾ ਕਰਾ ਸਕਦੇ ਹਾਂ। ਕਿਸੇ ਵਕਤ ਵੀ ਤੁਹਾਨੂੰ ਫਿਰੌਤੀ ਦੀ ਧਮਕੀ ਆ ਸਕਦੀ, ਕੁਝ ਵੀ ਆ ਸਕਦਾ। ਸੋ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਤਹਈਆ ਕੀਤਾ
ਜਿਵੇਂ ਹੀ ਪੰਜਾਬ ਦੇ ਲੋਕ ਸਾਨੂੰ ਮਾਣ ਬਖਸ਼ਦੇ ਨੇ, ਸਰਕਾਰ ਸਾਡੀ ਸੱਤਾ ਦੇ ਵਿੱਚ ਆਉਂਦੀ ਹੈ, ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਜਿਹੜਾ ਪਲੇਠਾ ਕੰਮ ਹੈ ਉਹ ਇਹੀ ਹੈ ਕਿ ਪੰਜਾਬ ਦੇ ਵਿੱਚੋਂ ਗੈਂਗਸਟਰਿਜ਼ਮ ਨੂੰ ਖਤਮ ਕਰਨਾ ਹੈ। ਜਿਹੜੇ ਕੁਝ ਸਾਡੇ ਨੌਜਵਾਨ ਗਲਤ ਰਾਹਾਂ ਦੇ ਉੱਤੇ ਪੈ ਗਏ, ਇਸ ਸਰਕਾਰ ਦੀਆਂ ਬਦਨੀਤੀਆਂ ਕਰਕੇ ਉਹ ਹੋਰ ਰਾਹ ਅਖਤਿਆਰ ਕਰ ਗਏ, ਉਹਨਾਂ ਨੂੰ ਵਾਪਸ ਮੁੱਖ ਧਾਰਾ ਦੇ ਵਿੱਚ ਲੈ ਕੇ ਆਉਣਾ। ਤੇ ਜਿਹੜੇ ਲੋਕ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰਨ ਦੇ ਉੱਤੇ ਲੱਗੇ ਹੋਏ ਨੇ, ਖਤਮ ਕਰਨ ਦੇ ਉੱਤੇ ਲੱਗੇ ਹੋਏ ਨੇ, ਉਹਨਾਂ ਗੈਂਗਸਟਰਾਂ ਨੂੰ ਨੱਥ ਪਾਉਣੀ, ਉਹਨਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਲੈ ਕੇ ਜਾਣਾ। ਜਦੋਂ ਇਹ ਕੰਮ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਰੇਗੀ, ਫਿਰ ਪੰਜਾਬ ਦੇ ਵਿੱਚ ਇੰਡਸਟਰੀ ਵੀ ਲੱਗੇਗੀ, ਪੰਜਾਬ ਦੇ ਵਿੱਚ NRI ਵੀ ਆ ਕੇ ਵਸਣਗੇ। ਦੇਖੋ, ਪੰਜਾਬ ਦੀ ਇਕਨੋਮੀ ਨੂੰ ਸਟੇਬਲ ਕਰਨਾ ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਪੰਜਾਬ ਦੇ ਜਿੰਨੇ ਲੋਕ NRI ਬਣ ਕੇ ਬਾਹਰਲੇ ਵਿਦੇਸ਼ਾਂ ਵਿੱਚ ਬੈਠੇ ਹੋਏ ਨੇ, ਉਹ ਵੈਲ ਸੈਟਲਡ ਨੇ। ਜੇ ਤੁਸੀਂ ਉਹਨਾਂ ਨੂੰ ਇਹ ਭਰੋਸਾ ਜਤਾ ਦਿਓ ਕਿ ਪੰਜਾਬ ਦੇ ਵਿੱਚ ਜੇ ਉਹ ਆਉਂਦੇ ਨੇ ਤਾਂ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ, ਉਹਨਾਂ ਦੇ ਬੱਚਿਆਂ ਨੂੰ ਕੋਈ ਖਤਰਾ ਨਹੀਂ, ਉਹਨਾਂ ਦੀ ਪ੍ਰਾਪਰਟੀ ਨੂੰ ਕੋਈ ਖਤਰਾ ਨਹੀਂ, ਤਾਂ ਪੰਜਾਬ ਦੇ ਬਸ਼ਿੰਦੇ ਹੀ ਪੰਜਾਬ ਦੀ ਇਕਨੋਮੀ ਨੂੰ ਸਟੇਬਲ ਕਰ ਦੇਣਗੇ। ਉਹ ਵੀ ਇੰਡਸਟਰੀ ਲਾ ਸਕਦੇ ਨੇ, ਪਰ ਉਹ ਲਾਉਂਦੇ ਕਿਉਂ ਨਹੀਂ? ਕਿਉਂਕਿ ਉਹਨਾਂ ਨੂੰ ਜਦੋਂ ਪਿੰਡ ਵੱਲ ਨੂੰ ਉਹ ਦੇਖਦੇ ਨੇ, ਉਹਨਾਂ ਨੂੰ ਗੋਲੀਆਂ ਚੱਲਦੀਆਂ ਦਿਖਦੀਆਂ, ਉਹਨਾਂ ਨੂੰ ਕਿਸੇ ਦਾ ਪੁੱਤ ਮਰਦਾ ਦਿਖਦਾ ਹੈ, ਉਹਨੂੰ ਜ਼ਮੀਨਾਂ ਤੇ ਕਬਜ਼ੇ ਦਿਸਦੇ ਨੇ, ਘਰਾਂ ਤੇ ਕਬਜ਼ੇ ਦਿਸਦੇ ਨੇ। ਅੱਜ ਵੀ ਪੰਜਾਬ ਦੇ ਕਈ NRI, ਕਿਉਂਕਿ ਅੱਜ ਆਪਾਂ ਦੁਆਬੇ ਦੇ ਵਿੱਚ ਬੈਠੇ ਆ, ਦੁਆਬੇ ਦੀ ਧਰਤੀ ਦੇ ਉੱਤੇ ਇੱਕ ਨਹੀਂ ਹਜ਼ਾਰਾਂ ਕੇਸ ਐਸੇ ਮਿਲ ਜਾਣਗੇ ਜਿੱਥੇ NRIਆਂ ਦੀਆਂ ਕੋਠੀਆਂ ਜਿਹੜੀਆਂ ਬੰਦ ਪਈਆਂ ਸੀਗੀਆਂ, ਉਹਨਾਂ ਦੇ ਜਿੰਦੇ ਤੋੜ ਕੇ ਉੱਥੇ ਗੈਂਗਸਟਰਾਂ ਨੇ ਕਬਜ਼ੇ ਕਰ ਲਏ ਨੇ। ਔਰ ਸਰਕਾਰ ਸਾਰਾ ਕੁਝ ਦੇਖ ਕੇ ਚੁੱਪ ਬੈਠੀ ਹੋਈ ਹੈ, ਕਿਉਂਕਿ ਸਰਕਾਰ ਨੂੰ ਜਾਂ ਤਾਂ ਹਿੱਸਾ ਪਹੁੰਚਦਾ ਜਾਂ ਉਹ ਗੈਂਗਸਟਰ ਸਰਕਾਰ ਦੇ ਦਿੱਤੇ ਹੋਏ ਕੰਮਾਂ ਨੂੰ ਜਿਹੜਾ ਉਹ ਪ੍ਰੋਸੀਡ ਕਰਦੇ ਨੇ, ਤਾਂ ਕਰਕੇ ਸਰਕਾਰ ਮੂਕ ਦਰਸ਼ਕ ਬਣ ਕੇ ਬੈਠੀ ਹੋਈ ਹੈ। ਇਸ ਤੋਂ ਅੱਗੇ ਮੈਂ ਪਾਰਟੀ ਦੇ ਇੰਟਰਨਲ ਪ੍ਰੋਗਰਾਮ ਦੇ ਉੱਪਰ ਆਉਣਾ। ਅਸੀਂ ਲਗਾਤਾਰ ਰੈਲੀਆਂ ਦਾ ਦੌਰ ਦੇਖ ਰਹੇ ਹਾਂ, ਤੇ ਰੈਲੀਆਂ ਜਿੱਥੇ ਵੀ ਤਕਰੀਬਨ ਹੁੰਦੀਆਂ ਨੇ ਤਾਂ ਬਾਦਲ ਸਾਹਿਬ ਸਟੇਜ ਤੋਂ ਬੋਲਦਿਆਂ ਹੋਇਆਂ ਤਕਰੀਬਨ ਉੱਥੋਂ ਉਮੀਦਵਾਰ ਦਾ ਐਲਾਨ ਕਰਦੇ ਹੀ ਅੱਗੇ ਤੁਰਦੇ ਨੇ। ਜਿਹੜੀ ਵੀ ਰੈਲੀ ਮੈਂ ਦੇਖਦਾ, ਇਹ ਪਾਰਟੀ ਦੇ ਇੰਟਰਨਲ ਸਿਸਟਮ ਦੇ ਵਿੱਚ ਇਹ ਕਮੀ ਨਹੀਂ ਤੁਹਾਨੂੰ ਜਾਪਦੀ, ਜਾਂ ਫਿਰ ਕੀ ਪਹਿਲਾਂ ਹੀ ਡਿਸਕਸ ਕਰ ਲਿਆ ਜਾਂਦਾ ਹੈ ਵੀ ਭਾਈ ਅੱਜ ਉੱਥੇ ਰੈਲੀ ਹੈ, ਉਸ ਤੋਂ ਪਹਿਲਾਂ ਸਾਡਾ ਆਪਸ ਦੇ ਵਿੱਚ ਫੈਸਲਾ ਹੋ ਗਿਆ ਕਿ ਇਸ ਵਿਅਕਤੀ ਨੂੰ ਉੱਥੋਂ ਉਮੀਦਵਾਰ ਐਲਾਨ ਦੇਣਾ ਹੈ? ਇਸ ਤੇ ਤੁਸੀਂ ਕੀ ਕਹਿੰਦੇ ਹੋ? ਕਿਉਂਕਿ ਜਦੋਂ ਮਾਹਰਾਂ ਨੂੰ ਸੁਣਦੇ ਆ, ਮੀਡੀਆ ਦੇ ਸੀਨੀਅਰ ਜਰਨਲਿਸਟ ਨੂੰ ਸੁਣਦੇ ਆ, ਉਹ ਕਹਿੰਦੇ ਨੇ ਵੀ ਭਾਈ ਕੀ ਸੁਖਬੀਰ ਬਾਦਲ ਹੀ ਵਨ ਐਂਡ ਓਨਲੀ ਪਾਰਟੀ ਦਾ ਸਾਰਾ ਕੁਝ ਹੈ, ਕਿ ਉਹੀ ਸਾਰਾ ਕੁਝ ਐਲਾਨ ਦਿੰਦੇ ਨੇ ਵੀ ਭਾਈ ਜਿਸ ਜਗ੍ਹਾ ਤੇ ਮੈਂ ਖੜਾ ਇੱਥੇ ਮੈਨੂੰ ਆਹ ਬੰਦਾ ਪਸੰਦ ਆ, ਇਹ ਉਮੀਦਵਾਰ ਹੈ? ਵੇਖੋ, ਸਰਦਾਰ ਸੁਖਬੀਰ ਸਿੰਘ ਬਾਦਲ ਬਾਰੇ ਕੋਈ ਕੁਛ ਕਹੀ ਜਾਵੇ, ਸਰਦਾਰ ਸੁਖਬੀਰ ਸਿੰਘ ਬਾਦਲ ਸਾਡੀ ਪਾਰਟੀ ਦੇ ਸੁਪਰੀਮੋ ਨੇ, ਹੈੱਡ ਨੇ। ਅਨਾਉਂਸਮੈਂਟ ਹਮੇਸ਼ਾ ਹੈੱਡ ਨੇ ਹੀ ਕਰਨੀ ਹੁੰਦੀ ਹੈ। ਠੀਕ ਹੈ। ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹ ਟਿਕਟਾਂ ਅਨਾਉਂਸ ਕਰ ਰਹੇ ਨੇ, ਉਹ ਹਲਕਾ ਇੰਚਾਰਜ ਨਿਯੁਕਤ ਕਰ ਰਹੇ ਨੇ ਵੱਖ-ਵੱਖ ਹਲਕਿਆਂ ਦੇ। ਉਹ ਬਕਾਇਦਾ ਪਹਿਲਾਂ ਪਾਰਟੀ ਦੀ ਲੀਡਰਸ਼ਿਪ ਨੇ ਬੈਠ ਕੇ ਸਰਵੇ ਕਰਾਏ ਨੇ, ਕਿਹੜਾ ਉਮੀਦਵਾਰ ਕਿੱਥੋਂ ਸਟਰੋਂਗ ਹੈ, ਕਿਸ ਉਮੀਦਵਾਰ ਦੇ ਨਾਲ ਅਸੀਂ 2027 ਦੇ ਚੁਣਾਵ ਵਿੱਚ ਜਾ ਸਕਦੇ ਹਾਂ, ਕਿਹਦੇ ਫੇਸ ਨੂੰ ਲੋਕ ਪਸੰਦ ਕਰਦੇ ਨੇ, ਉਹ ਸਾਰਾ ਸਾਡਾ ਇੰਟਰਨਲ ਸਰਵੇ ਪਹਿਲਾਂ ਹੀ ਹੋ ਚੁੱਕਿਆ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਕਿਸੇ ਵੀ ਹਲਕੇ ਦੇ ਵਿੱਚ ਰੈਲੀ ਕਰਵਾਉਂਦੇ ਨੇ ਤਾਂ ਉਸ ਉਮੀਦਵਾਰ ਨੂੰ ਕਹਿੰਦੇ ਨੇ ਕਿ ਤੁਸੀਂ ਇਕੱਠ ਕਰੋ। ਜਦੋਂ ਵੱਡਾ ਇਕੱਠ ਹੁੰਦਾ, ਭਰਮਾ ਇਕੱਠ ਹੁੰਦਾ, ਉਹ ਸਾਰੀਆਂ ਗਿਣਤੀਆਂ ਮਿਣਤੀਆਂ ਕਰਕੇ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਹੈ ਉਸ ਵਿਅਕਤੀ ਨੂੰ ਉਸ ਹਲਕੇ ਦਾ ਇੰਚਾਰਜ ਨਿਯੁਕਤ ਕਰਦੇ ਨੇ। ਹੁਣ ਇੱਥੇ ਗੱਲ ਇੱਕ ਮੈਂ ਹੋਰ ਬਹੁਤ ਸਪਸ਼ਟ ਕਰ ਦੇਣਾ ਚਾਹੁੰਦਾ। ਵੇਖੋ, ਸ਼੍ਰੋਮਣੀ ਅਕਾਲੀ ਦਲ ਲਾਰੇਬਾਜ਼ ਪਾਰਟੀ ਨਹੀਂ। ਜਿਹੜੀਆਂ ਲਾਰੇਬਾਜ਼ ਪਾਰਟੀਆਂ ਨੇ, ਜਿਵੇਂ ਹੁਣ ਕਾਂਗਰਸ ਹੈ ਤੇ ਆਮ ਆਦਮੀ ਪਾਰਟੀ ਹੈ, ਇਹ ਲਾਰੇਬਾਜ਼ ਪਾਰਟੀਆਂ ਨੇ ਤਾਂ ਟਿਕਟਾਂ ਵੇਚਣੀਆਂ ਹੁੰਦੀਆਂ। ਅਸੀਂ ਟਿਕਟਾਂ ਦੇਣੀਆਂ ਸੇਵਾਦਾਰਾਂ ਨੂੰ। ਅਸੀਂ ਉਹਦੇ ਵਿੱਚੋਂ ਦੇਖਦੇ ਹਾਂ ਕਿ ਇਸ ਹਲਕੇ ਦੇ ਵਿੱਚ ਕਿਹੜੇ 2-4 ਸੇਵਾਦਾਰ ਜਿਹੜੇ ਸਾਡੀ ਪਾਰਟੀ ਦੇ ਸੇਵਾ ਕਰ ਰਹੇ ਨੇ, ਉਹਨਾਂ ਦੇ ਵਿੱਚੋਂ ਕੋਈ ਇੱਕ ਕਾਬਲ, ਇੱਕ ਬਹੁਤ ਮਿਹਨਤੀ ਉਮੀਦਵਾਰ ਦੇਖ ਕੇ ਉਸ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਥਾਪੜਾ ਦੇ ਦਿੰਦੇ ਨੇ ਔਰ ਸੰਗਤਾਂ ਦੇ ਵਿੱਚ ਥਾਪੜਾ ਦਿੰਦੇ ਨੇ। ਆਮ ਆਦਮੀ ਪਾਰਟੀ ਦਾ ਕਲਚਰ ਕੀ ਹੈ, ਕਾਂਗਰਸ ਦਾ ਕਲਚਰ ਕੀ ਹੈ ਕਿ 3-4 ਉਮੀਦਵਾਰ ਜਿਹੜੇ ਉਸ ਹਲਕੇ ਦੇ ਹੁੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਕਿ ਦੱਸੋ ਕਿਹੜਾ ਵੱਧ ਤੋਂ ਵੱਧ ਸਾਡੀ ਜੇਬ ਦੇ ਵਿੱਚ ਪੈਸੇ ਪਾਊਗਾ, ਫੰਡ ਪਾਊਗਾ। ਫਿਰ ਉਹਨਾਂ ਤੋਂ ਮੋਟੇ ਗੱਫੇ ਲੈ ਕੇ ਫਿਰ ਸਾਰਿਆਂ ਨੂੰ ਲਾਰੇ ਲਾਏ ਜਾਂਦੇ ਨੇ। ਫਿਰ ਕਿਸੇ ਇੱਕ ਨੂੰ ਜਿਹਦੇ ਤੋਂ ਮੋਟਾ ਗੱਫਾ ਵਸੂਲਿਆ ਜਾਂਦਾ, ਉਹਨੂੰ ਟਿਕਟ ਦਿੱਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਇਹ ਜਿਹੜਾ ਟਿਕਟ ਡਿਕਲੇਅਰ ਨਹੀਂ ਕਰਦੇ। ਜਿਹੜਾ ਇਹ ਇਹਨਾਂ ਨੇ ਢਕਵੰਜ ਬਣਾਇਆ ਹੋਇਆ ਨਾ ਕਿ ਅਸੀਂ ਪਾਰਟੀ ਦੇ ਵਿੱਚ ਇੰਟਰਨਲ ਬੈਠ ਕੇ ਮੀਟਿੰਗਾਂ ਕਰਦੇ ਆ, ਕਰਦੇ ਆ, ਉਹ ਕਰਦੇ, ਕੁਛ ਨਹੀਂ ਹੁੰਦਾ। ਮੈਂ ਖੁਦ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਦੇਖ ਚੁੱਕਿਆ, ਇਹਨਾਂ ਦੇ ਸਿਸਟਮ ਨੂੰ ਵਾਚ ਚੁੱਕਿਆ।
ਇਹ ਸਿਰਫ ਮੋਟੇ ਗੱਫੇ ਲੈਣ ਦਾ ਇੱਕ ਬਹਾਨਾ ਹੈ। ਅੱਛਾ, ਲਾਰੇ ਲਾਏ ਜਾਂਦੇ ਨੇ ਕਿਉਂਕਿ ਜੇ ਇੱਕ ਵਾਰ ਆਮ ਆਦਮੀ ਪਾਰਟੀ ਸਪਸ਼ਟ ਕਰ ਦਵੇ, ਫਰਜ਼ ਕਰ ਲਓ ਨਵਾਂ ਸ਼ਹਿਰ ਹਲਕਾ ਹੈ, ਨਵੇਂ ਸ਼ਹਿਰ ਹਲਕੇ 'ਚ ਜੇ ਆਮ ਆਦਮੀ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪੈਟਰਨ ਤੇ ਚੱਲ ਕੇ ਕਨਫਰਮ ਕਰ ਦਵੇ ਵੀ ਨਵਾਂ ਸ਼ਹਿਰ ਦੇ ਵਿੱਚ ਇਸ ਬੰਦੇ ਨੂੰ ਹਲਕਾ ਇੰਚਾਰਜ ਲਾ ਦਿੱਤਾ ਗਿਆ ਤੇ ਇਹ ਚੋਣ ਲੜੇਗਾ, ਫਿਰ ਜਿਹੜੇ ਬਾਕੀ ਉੱਥੇ ਚੋਣ ਲੜਨ ਦੇ ਇੱਛਕ ਨੇ ਉਹ ਫਿਰ ਦੂਜੀਆਂ ਪਾਰਟੀਆਂ ਵੱਲ ਰੁਖ ਕਰਨਗੇ, ਉਹ ਆਮ ਆਦਮੀ ਪਾਰਟੀ ਤੋਂ ਕੀ ਲੈਣਗੇ। ਸੋ ਆਮ ਆਦਮੀ ਪਾਰਟੀ ਇਹ ਕਨਫਿਊਜ਼ਨ ਜਿਹੜੀ ਹੈ ਉਹ ਐਂਡ ਤੱਕ ਚੋਣ ਜਾਬਤਾ ਲੱਗਣ ਤੱਕ ਜਿਹੜੀ ਉਹ ਬਰਕਰਾਰ ਰੱਖਦੀ ਹੈ। ਹਰ ਇੱਕ ਨੂੰ ਝਾਂਸਾਂ ਦਿੰਦੇ ਰਹਿੰਦੇ ਆ, ਹਰੇਕ ਨੂੰ ਟਿਕਟ ਦਿੰਦੇ ਰਹਿੰਦੇ ਆ। ਸਾਡੇ ਨਵੇਂ ਸ਼ਹਿਰ ਦੀ ਗੱਲ ਲੈ ਲਓ, ਸਾਡੇ ਨਵੇਂ ਸ਼ਹਿਰ ਦੇ ਵਿੱਚ 3-4 ਵਿਅਕਤੀ ਨੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਪ੍ਰੋਮਿਸ ਕੀਤਾ ਹੋਇਆ ਵੀ ਅਸੀਂ ਤੈਨੂੰ ਵੀ ਟਿਕਟ ਦੇ ਦੇਵਾਂਗੇ ਨਵੇਂ ਸ਼ਹਿਰ ਤੋਂ, ਤੈਨੂੰ ਵੀ ਨਵੇਂ ਸ਼ਹਿਰ ਦੀ ਟਿਕਟ ਦੇ ਦੇਵਾਂਗੇ, ਤੈਨੂੰ ਵੀ ਨਵੇਂ ਸ਼ਹਿਰ ਦੀ ਟਿਕਟ ਦੇ ਦੇਵਾਂਗੇ। ਇਸ ਤਰ੍ਹਾਂ ਕਹਿ ਕੇ ਉਹ ਨਵੀਆਂ ਜੁਆਇਨਿੰਗਾਂ ਵੀ ਪਾਰਟੀ ਦੇ ਵਿੱਚ ਕਰਾ ਰਹੇ ਆ ਤੇ ਉਹ ਸਾਰਿਆਂ ਨੂੰ ਝਾਂਸਾ ਦਿੱਤਾ ਜਾ ਰਿਹਾ। ਟਿਕਟ ਮਿਲਣੀ ਤਾਂ ਕਿਸੇ ਇੱਕ ਨੂੰ ਹੀ ਆ, ਕੋਈ ਇੱਕ ਹੀ ਵਿਅਕਤੀ ਆਮ ਆਦਮੀ ਪਾਰਟੀ ਵੱਲੋਂ ਕੰਟੈਸਟ ਕਰ ਸਕਦਾ। ਐਂਡ ਦੇ ਵਿੱਚ ਜਿਹੜਾ ਜ਼ਿਆਦਾ ਮੋਟਾ ਗੱਫਾ ਕੇਜਰੀਵਾਲ ਸਾਹਿਬ ਦੀ ਜੇਬ ਦੇ ਵਿੱਚ ਪਾ ਦਊਗਾ, ਇਹਨਾਂ ਦੀ ਦਿੱਲੀ ਦੇ ਅਬਜ਼ਰਵਰਾਂ ਦੀ ਜੇਬ ਦੇ ਵਿੱਚ ਪਾ ਦਊਗਾ, ਉਹਨੂੰ ਫਿਰ ਜਿਹੜੀ ਆ ਟਿਕਟ ਉਹ ਦੇ ਦਿੱਤੀ ਜਾਣੀ ਹੈ। ਇਹੀ ਕਲਚਰ ਕਾਂਗਰਸ ਦਾ। ਸੋ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਹ ਪੈਟਰਨ ਹੈ ਉਹ ਇਸ ਕਰਕੇ ਕਿਉਂਕਿ ਅਸੀਂ ਕਿਸੇ ਤੋਂ ਪੈਸੇ ਤਾਂ ਲੈਣੇ ਨਹੀਂ, ਸਾਡੀ ਕੋਈ ਝਾਕਾ ਤਾਂ ਹੈ ਨਹੀਂ ਵੀ ਕਿਹੜਾ ਮੋਟਾ ਗੱਫਾ, ਅਸੀਂ ਤਾਂ ਸੇਵਾਦਾਰ ਦੇਖਣਾ ਹੈ, ਕਿਹੜਾ ਵੱਧ ਨਿਮਰਤਾ ਦੇ ਨਾਲ ਸੰਗਤਾਂ ਦੀ ਸੇਵਾ ਕਰੂਗਾ, ਕਿਹੜਾ ਇਮਾਨਦਾਰੀ ਦੇ ਨਾਲ ਹਲਕੇ ਦੇ ਕੰਮ ਕਰਾਊਗਾ, ਕਿਹੜਾ ਸੂਝ-ਬੂਝ ਦੇ ਨਾਲ ਇਲਾਕੇ ਦੀਆਂ ਸਮੱਸਿਆ ਨੂੰ ਸਮਝ ਸਕਦਾ ਹੈ, ਕਿਹਨੂੰ ਇਲਾਕੇ ਦੇ ਲੋਕ ਪਿਆਰ ਬਖਸ਼ਦੇ ਨੇ। ਕਿਉਂਕਿ ਜਿਸ ਵਿਅਕਤੀ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਹਲਕਾ ਇੰਚਾਰਜ ਨਿਯੁਕਤ ਕਰਦੇ ਨੇ ਉਹਦੀ ਅਗਵਾਈ ਦੇ ਵਿੱਚ ਹੀ ਸੈਂਕੜਿਆਂ ਦਾ, ਹਜ਼ਾਰਾਂ ਦਾ ਇਕੱਠ ਜਿਹੜਾ ਉੱਥੇ ਹੁੰਦਾ। ਜਦੋਂ ਵੱਡਾ ਇਕੱਠ ਹੁੰਦਾ ਤਾਂ ਉਹ ਆਪਣੇ ਆਪ ਦੇ ਵਿੱਚ ਗਵਾਹੀ ਭਰਦਾ ਕਿ ਇਸ ਨੌਜਵਾਨ ਦੇ ਹੱਕ ਦੇ ਵਿੱਚ ਹਲਕੇ ਵਾਸੀ ਜਿਹੜੇ ਉਹ ਖੁਸ਼ ਨੇ ਔਰ ਇਹਦਾ ਸਾਥ ਦੇ ਰਹੇ ਨੇ। ਸੋ ਇਹ ਜਿਹੜਾ ਪ੍ਰੋਸੀਜਰ ਹੈ ਫੋਲੋ ਕੀਤਾ ਜਾਂਦਾ। ਅੱਛਾ, ਇਸ ਤੋਂ ਅੱਗੇ ਜੇਕਰ ਆਪਾਂ ਵਧੀਏ, ਹੁਣ ਜਦੋਂ ਵੀ ਪੰਜਾਬ ਦੇ ਵਿੱਚ ਕਿਸੇ ਦੇ ਨਾਲ ਵੀ ਗੱਲ ਕਰਦੇ ਆ ਉਹ ਖੇਤਰੀ ਪਾਰਟੀ ਦਾ ਬਹੁਤ ਮਹੱਤਵ ਦੱਸਦੇ ਨੇ ਵੀ ਕੋਈ ਵੀ ਸਟੇਟ ਹੋਵੇ ਉਹਦੀ ਆਪਣੀ ਖੇਤਰੀ ਪਾਰਟੀ ਹੋਣੀ ਬਹੁਤ ਜ਼ਰੂਰੀ ਹੈ। ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਦਾ ਸਿਹਰਾ ਲੈਂਦੀ ਹੈ ਵੀ ਭਾਈ ਅਸੀਂ ਖੇਤਰੀ ਪਾਰਟੀ ਹਾਂ। ਵੈਸੇ ਤਾਂ ਇਹਨਾਂ ਦੀ ਉਤਪੱਤੀ, ਇਸ ਪਾਰਟੀ ਦੀ ਉਤਪੱਤੀ ਉਸ ਸਮੇਂ 'ਚ ਹੋਈ ਹੈ ਜਦੋਂ ਇੱਕ ਪਾਸੇ ਤਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਮੁੱਦਾ ਸੀ, ਬਹੁਤ ਜ਼ਿਆਦਾ ਲੋੜ ਸੀ ਕਿ ਜਿਹੜੇ ਪੰਥ ਦੇ ਗੁਰਦੁਆਰਾ ਸਾਹਿਬ ਨੇ ਧਾਰਮਿਕ ਵਾਲੀ ਸਾਈਡ ਹੈ ਉਸ ਨੂੰ ਵੀ ਦੇਖਿਆ ਜਾਵੇ, ਰਾਜਨੀਤਿਕ ਪੱਖ ਨੂੰ ਵੀ ਦੇਖਿਆ ਜਾਵੇ। ਉਸ ਉਤਪੱਤੀ ਤੋਂ ਲੈ ਕੇ ਅੱਜ ਤੱਕ ਲਗਾਤਾਰ, ਬੇਸ਼ੱਕ ਇਹਦੇ 'ਚ ਇਹ ਦੋ ਰਾਏ ਨਹੀਂ ਰਹਿਣੀ ਚਾਹੀਦੀ ਕਿ ਜੰਮੂ ਕਸ਼ਮੀਰ 'ਚ ਵੀ ਹੱਥ ਅਜਮਾਉਣ ਦੀ ਪਾਰਟੀ ਨੇ ਕੋਸ਼ਿਸ਼ ਕੀਤੀ ਹੈ, ਹਰਿਆਣੇ 'ਚ ਵੀ ਕੋਸ਼ਿਸ਼ ਕੀਤੀ ਹੈ, ਰੀਜਨਲ ਪਾਰਟੀ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਹੈ। ਪਰ ਹੁਣ ਜਦੋਂ ਰੀਜਨਲ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਲਗਾਤਾਰ ਆਪਾਂ ਅੱਜ ਦੇ ਮੌਜੂਦਾ ਸਮੇਂ 'ਚ ਇਹ ਵੀ ਦੇਖ ਰਹੇ ਹਾਂ ਵੀ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਲਗਾਤਾਰ ਉੱਠ ਰਹੀਆਂ ਨੇ। ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਧਿਰ ਬਣ ਰਹੀ ਹੈ। ਅਕਾਲੀ ਦਲ ਅੰਮ੍ਰਿਤਸਰ ਤਾਂ ਪਹਿਲਾਂ ਤੋਂ ਨੇ। ਪੁਨਰ ਸਰਜੀਤ ਅਕਾਲੀ ਦਲ ਇੱਕ ਹੋਰ ਮੈਦਾਨ ਦੇ ਵਿੱਚ ਨੇ 2 ਦਸੰਬਰ ਦੇ ਫੈਸਲਿਆਂ ਨੂੰ ਲੈ ਕੇ। ਇਸ ਸਾਰੀ ਸਥਿਤੀ ਦੇ ਵਿੱਚ ਲੋਕ ਇਹ ਚਰਚਾ ਕਰਦੇ ਨੇ ਵੀ ਭਾਈ ਕਿਸੇ ਬੇਅਰ ਮਿਨੀਮਮ ਏਜੰਡੇ ਦੇ ਉੱਪਰ ਇਕੱਠੇ ਹੋਣ ਦੀ ਲੋੜ ਹੈ, ਕਿਉਂਕਿ ਚੁੱਲ੍ਹੇ ਸਮੇਟਣ ਦੀ ਗੱਲ ਜਿਹੜੀ ਹੋਈ ਸੀ ਉਹ ਤਾਂ ਚੁੱਲ੍ਹੇ ਹੋਰ ਜ਼ਿਆਦਾ ਹੋ ਗਏ। ਇਹ ਤੁਸੀਂ ਕੁਝ ਸੋਚ ਰਹੇ ਹੋ ਜਾਂ ਪਾਰਟੀ ਇੰਟਰਨਲ ਇਸ ਤੇ ਕੋਈ ਚਰਚਾ ਕਰ ਰਹੀ ਹੈ ਜਾਂ ਹੋਰ ਪਾਰਟੀਆਂ ਦੇ ਨਾਲ ਸੰਪਰਕ ਸਾਧਣ ਦੀ ਕੋਈ ਗੱਲ ਹੋ ਰਹੀ ਹੈ ਜਾਂ ਫਿਰ ਨਹੀਂ ਕੁਝ ਵੀ ਇਸ ਤੇ ਹੋ ਰਿਹਾ? ਵੇਖੋ, ਖੇਤਰੀ ਪਾਰਟੀ ਵਾਲੇ ਪਾਸੇ ਲੋਕ ਇਸ ਕਰਕੇ ਮੁੜੇ ਨੇ ਕਿਉਂਕਿ ਲੋਕਾਂ ਨੇ ਵੇਖ ਰਿਹਾ ਕਿ ਜਿਹੜੀਆਂ ਪਾਰਟੀਆਂ ਦਿੱਲੀ ਦੇ ਵਿੱਚੋਂ ਚਲਾਈਆਂ ਜਾਂਦੀਆਂ, ਜਿਨ੍ਹਾਂ ਦਾ ਕੇਂਦਰ ਦਿੱਲੀ ਦੇ ਵਿੱਚ ਹੁੰਦਾ, ਜਿਨ੍ਹਾਂ ਦੇ ਹੈੱਡ ਆਫਿਸ ਦਿੱਲੀ 'ਚ ਹੁੰਦੇ ਨੇ, ਜਿਨ੍ਹਾਂ ਦੇ ਸੁਪਰੀਮੋ ਦਿੱਲੀ 'ਚ ਹੁੰਦੇ ਨੇ, ਉਹ ਪਾਰਟੀਆਂ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੀਆਂ। ਉਹ ਪੰਜਾਬ ਦੇ ਮਸਲਿਆਂ ਤੇ ਪਹਿਰਾ ਸਿਰਫ ਉਨਾ ਚਿਰ ਦੇ ਸਕਦੀਆਂ ਜਿੰਨਾ ਚਿਰ ਉਹ ਪੰਜਾਬ ਦੀ ਹੱਦ ਦੇ ਅੰਦਰ ਨੇ। ਨਾਲੇ ਦੂਜੀ ਜਗ੍ਹਾ ਇਲੈਕਸ਼ਨ ਨਹੀਂ ਕੀਤੀ। ਜਦੋਂ ਪੰਜਾਬ ਤੋਂ ਬਾਹਰ ਹੋ ਜਾਂਦੀਆਂ, ਸ਼ੰਭੂ ਦਾ ਬਾਰਡਰ ਟੱਪ ਜਾਂਦੀਆਂ, ਫਿਰ ਉਹਨਾਂ ਦੇ ਮੁੱਦੇ ਵੀ ਬਦਲ ਜਾਂਦੇ ਨੇ, ਉਹਨਾਂ ਦੇ ਮਸਲੇ ਵੀ ਬਦਲ ਜਾਂਦੇ ਨੇ। ਪੰਜਾਬ ਦੇ ਇਸ ਪਾਸੇ ਦਿੱਤਾ ਹੋਇਆ ਬਿਆਨ, ਰਾਜਪੁਰੇ ਵਾਲੇ ਪਾਸੇ ਦਿੱਤਾ ਹੋਇਆ ਬਿਆਨ, ਉਹਨਾਂ ਦਾ ਸੁਣ ਕੇ ਇੰਜ ਲੱਗਦਾ ਕਿ ਪੰਜਾਬ ਪੱਖੀ ਪਾਰਟੀ ਹੈ। ਜਦੋਂ ਬਾਰਡਰ ਟੱਪ ਕੇ ਅੰਬਾਲੇ ਵਾਲੇ ਪਾਸੇ ਜਾ ਕੇ ਉਹ ਆਪਣਾ ਬਿਆਨ ਦਿੰਦੇ ਨੇ ਤਾਂ ਫਿਰ ਲੱਗਦਾ ਕਿ ਪੰਜਾਬ ਵਿਰੋਧੀ ਪਾਰਟੀ ਹੈ। ਦੂਜੇ ਪਾਸੇ ਤੁਸੀਂ ਗੱਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਸ਼ਮੀਰ ਤੇ ਹਰਿਆਣੇ ਦੇ ਵਿੱਚ ਜਿਹੜਾ ਸਿਆਸਤ ਦੇ ਵਿੱਚ ਜ਼ੋਰ ਅਜਮਾਈ ਕੀਤੀ ਹੈ, ਰੀਜਨਲ ਪਾਰਟੀ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਤਾਂ ਮੈਂ ਇੱਥੇ ਦੱਸ ਦੇਣਾ ਚਾਹੁੰਦਾ
ਜਿਹੜਾ ਹਰਿਆਣੇ ਤੇ ਜੰਮੂ ਕਸ਼ਮੀਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪੋਲੀਟੀਕਲ ਸਿਸਟਮ 'ਚ ਪਾਰਟਿਸਿਪੇਸ਼ਨ ਕੀਤੀ ਹੈ, ਉਹ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਸਤੇ ਕੀਤੀ ਹੈ। ਕਿਉਂਕਿ ਹਰਿਆਣੇ ਦੇ ਵਿੱਚ ਵੀ ਸਾਡੀ ਸਿੱਖ ਸੰਗਤ ਰਹਿੰਦੀ ਹੈ, ਕਸ਼ਮੀਰ ਜੰਮੂ ਦੇ ਵਿੱਚ ਵੀ ਸਾਡੀ ਸਿੱਖ ਸੰਗਤ ਰਹਿੰਦੀ ਹੈ। ਹੁਣ ਭਾਵੇਂ ਕਿ ਉਸ ਇਲਾਕਿਆਂ ਦੀਆਂ ਰੀਜਨਲ ਪਾਰਟੀਆਂ ਉੱਥੇ ਮੌਜੂਦ ਨੇ, ਪਰ ਕਿਤੇ ਨਾ ਕਿਤੇ ਉਹ ਉੱਥੋਂ ਦੀਆਂ ਸਿੱਖ ਸੰਗਤਾਂ ਨੂੰ ਉਨੀ ਰਿਪਰੈਜ਼ੈਂਟੇਸ਼ਨ ਨਹੀਂ ਦੇ ਰਹੀਆਂ ਸੀ, ਉਨੇ ਉਹਨਾਂ ਦੇ ਹੱਕ ਹਕੂਕਾਂ ਦੀ ਰਾਖੀ ਨਹੀਂ ਕਰ ਰਹੀਆਂ ਸੀ। ਤਾਂ ਉੱਥੋਂ ਦੀਆਂ ਸਿੱਖ ਸੰਗਤਾਂ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬੇਨਤੀ ਕੀਤੀ ਕਿ ਸਾਡੇ ਹੱਕਾਂ ਦੀ ਆਵਾਜ਼ ਬੁਲੰਦ ਨਹੀਂ ਕੀਤੀ ਜਾ ਰਹੀ, ਸਾਡੇ ਹੱਕ ਹਕੂਕਾਂ ਦੀ ਰਾਖੀ ਨਹੀਂ ਕੀਤੀ ਜਾ ਰਹੀ, ਸਾਨੂੰ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ ਜਾ ਰਹੀ, ਤਾਂ ਤੁਸੀਂ ਇੱਥੇ ਆ ਕੇ ਵੀ ਸਾਡਾ ਜਿਹੜਾ ਆ ਉਹ ਆਵਾਜ਼ ਬੁਲੰਦ ਕਰੋ। ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੋਂ ਬਾਹਰ ਹਰਿਆਣੇ ਤੇ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਕੰਟੈਸਟ ਕਰਦੀ ਹੈ। ਪਰ ਉੱਥੇ ਕੰਟੈਸਟ ਕਰਨ ਦਾ ਮਕਸਦ ਪਾਰਟੀ ਨੂੰ ਪੰਜਾਬ ਦੇ ਖਿਲਾਫ ਖੜੀ ਕਰਨਾ ਨਹੀਂ, ਉੱਥੇ ਜਾ ਕੇ ਵੀ ਅਸੀਂ ਸਿੱਖ ਸੰਗਤਾਂ ਦੀਆਂ ਮੰਗਾਂ ਤੇ ਸਿੱਖ ਸੰਗਤਾਂ ਦੀਆਂ ਹੱਕ ਹਕੂਕਾਂ ਨੂੰ ਆਵਾਜ਼ ਬੁਲੰਦ ਕਰਨ ਵਾਸਤੇ ਤੇ ਉੱਥੇ ਦੀਆਂ ਸਿੱਖ ਸੰਗਤਾਂ ਨੂੰ ਸਹੀ ਰਿਪਰੈਜ਼ੈਂਟੇਸ਼ਨ ਦੇਣ ਵਾਸਤੇ ਉੱਥੇ ਜਿਹੜਾ ਕੰਟੈਸਟ ਕੀਤਾ ਹੈ। ਤੁਸੀਂ ਗੱਲ ਕੀਤੀ ਹੈ ਚੁੱਲ੍ਹੇ ਸਮੇਟਣ ਦੀ, ਚੁੱਲ੍ਹੇ ਅੱਡ ਕਰਨ ਦੀ। ਬਿਲਕੁਲ ਦੇਖੋ, ਮੈਂ ਇੱਕ ਗੱਲ ਬੜੀ ਸਪਸ਼ਟ ਤਰੀਕੇ ਨਾਲ ਕਹਿਣਾ ਚਾਹੁੰਦਾ, 2 ਦਸੰਬਰ ਦਾ ਦਿਨ ਬਹੁਤ ਇਤਿਹਾਸਿਕ ਸੀ। ਬਿਲਕੁਲ ਉਹ ਇਤਿਹਾਸਿਕ ਦਿਨ ਦੇ ਉੱਤੇ ਇਤਿਹਾਸਿਕ ਵਰਤਾਰੇ ਵਾਪਰੇ, ਪਰ ਉੱਥੇ ਇੱਕ ਗੱਲ ਜਿਹੜੀ ਅਸੀਂ ਕਿਤੇ ਨਾ ਕਿਤੇ ਮਨੋਂ ਵਿਸਾਰ ਰਹੇ ਹਾਂ, ਉਹ ਇਹ ਹੈ ਕਿ 2 ਦਸੰਬਰ ਨੂੰ ਜਾਂ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਸ ਤਰ੍ਹਾਂ ਇਕੱਤਰਤਾ ਕੀਤੀ ਜਾਂਦੀ ਹੈ, ਪੰਜ ਸਿੰਘ ਸਾਹਿਬਾਨ ਫਸੀਲ ਦੇ ਉੱਤੇ ਖੜੇ ਹੋ ਕੇ ਕੋਈ ਪੰਥਕ ਸਿਧਾਂਤਾਂ ਦੀ ਪਹਿਰੇਦਾਰੀ ਕਰਦੇ ਨੇ, ਸੇਵਾ ਲਾਉਂਦੇ ਨੇ, ਤਨਖਾਹ ਲਾਉਂਦੇ ਨੇ, ਤਾਂ ਜਿਹੜੇ ਸਿਧਾਂਤ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੰਗਤਾਂ ਦੇ ਅੱਗੇ ਰੱਖੇ ਜਾਂਦੇ ਨੇ, ਉਹ ਸਿਧਾਂਤ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਗਲ ਵਿੱਚ ਪੱਲਾ ਪਾ ਕੇ ਸਿਰ ਝੁਕਾ ਕੇ ਖੜੇ ਹੋਏ ਵਿਅਕਤੀਆਂ ਤੇ ਲਾਗੂ ਨਹੀਂ ਹੁੰਦੇ। ਉਹ ਸਿਧਾਂਤ ਉਸ ਫਸੀਲ ਦੇ ਉੱਤੇ ਖੜੇ ਹੋਏ ਜਥੇਦਾਰਾਂ ਤੇ ਵੀ ਲਾਗੂ ਹੁੰਦੇ ਨੇ। ਹੁਣ ਇੱਕ ਪਾਸੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ, ਜਿਹਨੂੰ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਹੁਣੀ ਅੱਜ ਭਗੌੜਾ ਦਲ ਕਹਿ ਕੇ ਸੰਬੋਧਨ ਕਰਦੇ ਨੇ। ਇੱਕ ਪਾਸੇ ਤਾਂ ਉਹ ਲੀਡਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਨ੍ਹਾਂ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਾਈ ਗਈ, ਜੋ ਸੇਵਾ ਲਾਈ ਗਈ, ਉਹ ਸੇਵਾ ਨੂੰ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੇ ਅੱਖਰ ਅੱਖਰ ਨਿਭਾਇਆ। ਉਹਨਾਂ ਦੇ ਗਲ ਵਿੱਚ ਤਖਤੀਆਂ ਪਾਈਆਂ ਗਈਆਂ, ਉਹਨਾਂ ਨੇ ਉਹ ਪ੍ਰਵਾਨ ਕੀਤੀਆਂ। ਜੋ ਵੀ ਸੇਵਾ ਉਹਨਾਂ ਨੂੰ ਲਾਈ ਗਈ, ਬਰਤਨਾਂ ਦੀ ਲਾਈ ਗਈ, ਪਹਿਰੇਦਾਰੀ ਦੀ ਲਾਈ ਗਈ, ਸਾਫ਼ ਸਫਾਈ ਦੀ, ਝਾੜੂ ਲਾਉਣ ਦੀ ਲਾਈ ਗਈ, ਜਾਂ ਹੋਰ ਵੀ ਬਾਣੀ ਸੁਣਨ ਦੀ ਸੇਵਾ ਲਾਈ ਗਈ, ਉਹਨਾਂ ਨੇ ਸਾਰੀਆਂ ਸੇਵਾਵਾਂ ਨਿਭਾਈਆਂ। ਇੱਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਵੀ ਚੱਲਦੀ ਹੈ, ਔਰ ਆਲਮੋਸਟ ਉਹ ਗੋਲੀ ਜਿਹੜੀ ਉਹ ਫਾਇਰ ਹੋ ਚੁੱਕੀ ਸੀ। ਕੁਝ ਕੁ ਫੁੱਟ ਦੀ ਦੂਰੀ ਦੇ ਉੱਤੇ ਉਹ ਗੋਲੀ ਜਿਹੜੀ ਹੈ ਸਾਈਡ ਤੇ ਹਿੱਟ ਕਰਦੀ, ਉਹ ਵੀ ਇਸ ਕਰਕੇ ਕਿਉਂਕਿ ਜਿਹੜੇ ਉੱਥੇ ਪਹਿਰੇਦਾਰ ਸਿਕਿਉਰਿਟੀ ਦੇ ਵਿੱਚ ਤੈਨਾਤ ਸਨ, ਉਹ ਲੋਕਾਂ ਦੀ ਮੁਸ਼ਤੈਦੀ ਹੁੰਦੀ ਤਾਂ ਉਹਨਾਂ ਦੀ ਮੁਸ਼ਤੈਦੀ ਕਰਕੇ ਸੁਖਬੀਰ ਸਿੰਘ ਬਾਦਲ ਦੀ ਜਾਨ ਬਚ ਜਾਂਦੀ, ਨਹੀਂ ਤਾਂ ਕੋਈ ਅਣਸੁਖਾਵੀ ਘਟਨਾ ਉੱਥੇ 100% ਵਾਪਰ ਸਕਦੀ ਸੀ। ਜਾਨ ਦੀ ਬਾਜ਼ੀ ਤੱਕ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਈ ਹੋਈ ਸੇਵਾ ਨੂੰ ਨਿਭਾਉਣ ਵਾਸਤੇ ਲਾ ਦਿੱਤੀ, ਜਦ ਕਿ ਸੁਖਬੀਰ ਸਿੰਘ ਬਾਦਲ ਕੋਲ ਇਹ ਬਹੁਤ ਤਕੜਾ ਬਹਾਨਾ ਸੀ। ਇਹ ਕਹਿ ਸਕਦੇ ਸੀ ਕਿ ਦੇਖੋ ਮੇਰੇ ਉੱਤੇ ਹਮਲਾ ਹੋ ਗਿਆ, ਮੇਰੀ ਜਾਨ ਜਾ ਸਕਦੀ ਸੀ, ਮੈਂ ਇਸ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਮੈਨੂੰ ਪਹਿਰੇਦਾਰੀ ਦੀ ਡਿਊਟੀ ਦਿੱਤੀ ਗਈ ਹੈ, ਮੈਂ ਇਹ ਨਹੀਂ ਨਿਭਾ ਸਕਦਾ, ਮੈਨੂੰ ਇਹਦੇ ਬਜਾਏ ਕੋਈ ਹੋਰ ਸੇਵਾ ਦੇ ਦਿੱਤੀ ਜਾਵੇ ਜਿੱਥੇ ਮੈਂ ਜ਼ਿਆਦਾ ਸਿਕਿਉਰ ਹੋਵਾਂ। ਪਰ ਨਹੀਂ, ਸੁਖਬੀਰ ਸਿੰਘ ਬਾਦਲ ਹੋਣਾ ਨੇ ਕਿਹਾ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ, ਸੇਵਾ ਲਾਈ ਗਈ ਹੈ, ਉਸ ਸੇਵਾ ਨੂੰ ਅੱਖਰ ਅੱਖਰ ਨਿਭਾਉਣਾ ਹੈ। ਦੂਜੇ ਦਿਨ ਹੀ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਉਹ ਫਿਰ ਪਹਿਰੇਦਾਰੀ ਦੀ ਪੁਸ਼ਾਕ ਪਾ ਕੇ, ਬਾਣਾ ਪਾ ਕੇ, ਹੱਥ ਵਿੱਚ ਬਰਛਾ ਫੜ ਕੇ ਪਹਿਰੇਦਾਰੀ ਦੀ ਸੇਵਾ ਤੇ ਬਹਿੰਦੇ ਨੇ। ਹੁਣ ਦੂਜੇ ਪਾਸੇ ਝਾਕੀ ਮਾਰੀਏ, ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਬੀਰ ਸਿੰਘ, ਉਹ ਵਿਅਕਤੀ ਜਿਹੜੇ ਆਪਣੇ ਆਪ ਨੂੰ ਪੰਥ ਦੇ ਵੱਡੇ ਧੁਰੰਤਰ ਲੀਡਰ ਮੰਨਦੇ ਨੇ, ਜਿਹੜੇ ਕਹਿੰਦੇ ਨੇ ਕਿ ਅਸੀਂ ਪੰਥਕ ਮਰਿਆਦਾ ਦੀ ਜਿਹੜੀ ਹੈ ਉਹ ਪੁਨਰ ਸਰਜੀਤੀ ਕਰਦੇ ਹਾਂ, ਅਸੀਂ ਅਕਾਲੀ ਦਲ ਦੀ ਪੁਨਰ ਸਰਜੀਤੀ ਕਰਦੇ ਹਾਂ। ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ, ਔਰ ਜਦੋਂ ਸੇਵਾ ਮੁਕਤ ਹੁੰਦੇ ਨੇ ਉਹ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੁੰਦੇ ਨੇ, ਭਾਵ ਬਾਬਾ ਬੁੱਢਾ ਜੀ ਦੀ ਪਦਵੀ ਦੇ ਉੱਤੇ ਉਹ ਵਿਰਾਜੇ ਹੁੰਦੇ ਨੇ। ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ, ਔਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਰਹੇ। ਏਡੇ ਏਡੇ ਵੱਡੀਆਂ ਪਦਵੀਆਂ ਦੇ ਉੱਤੇ ਸੇਵਾ ਨਿਭਾ ਕੇ ਮੈਨੂੰ ਦੱਸੋ ਅਜੇ ਵੀ ਉਹਨਾਂ ਦੇ ਮਨ ਦੀ ਲਾਲਸਾ ਜਿਹੜੀ ਉਹ ਪੂਰੀ ਨਹੀਂ ਹੋਈ। ਜਿਸ ਵਿਅਕਤੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੀ ਸੇਵਾ ਨਿਭਾ ਲਈ, ਉਹਦੇ ਵਾਸਤੇ ਦੁਨੀਆ ਦਾ ਹੋਰ ਕਿਹੜਾ ਅਹੁਦਾ ਬਾਕੀ ਰਹਿ ਜਾਂਦਾ ਜਿਹੜਾ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਉੱਪਰ ਮਾਇਨੇ ਰੱਖਦਾ ਹੋਵੇ। ਜਿਸ ਵਿਅਕਤੀ ਨੇ ਬਾਬਾ ਬੁੱਢਾ ਜੀ ਦੀ ਪਦਵੀ ਦੇ ਉੱਤੇ ਸੇਵਾ ਨਿਭਾ ਲਈ, ਮੈਨੂੰ ਦੱਸੋ ਦੁਨੀਆ ਦਾ ਕਿਹੜਾ ਉਹ ਅਹੁਦਾ ਬਾਕੀ ਰਹਿ ਗਿਆ ਜਿਹੜਾ ਉਸ ਪਦਵੀ ਤੋਂ ਉੱਪਰ ਮਾਣ ਦੇ ਸਕਦਾ ਹੋਵੇ। ਪਰ ਇਹਨਾਂ ਲੋਕਾਂ ਦੇ ਵਿੱਚ ਸਤਾ ਪ੍ਰਾਪਤ ਕਰਨ ਤੇ ਸਤਾ ਦਾ ਸੁੱਖ ਭੋਗਣ ਦੀ ਲਾਲਸਾ ਇੰਨੀ ਜ਼ਿਆਦਾ ਸੀ ਕਿ ਇਹਨਾਂ ਨੇ ਉਹਨਾਂ ਮਹਾਨ ਪਦਵੀਆਂ ਦੀ
ਜਿਹੜੀ ਸ਼ਾਨ ਹੈ ਉਹਨੂੰ ਬਰਕਰਾਰ ਰੱਖਣ ਦੀ ਬਜਾਏ ਉਸ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ। ਇੱਕ ਪਾਰਟੀ ਬਣਾ ਕੇ, ਅੱਡ ਚੁੱਲ੍ਹਾ ਬਣਾ ਕੇ, ਉਹਦੀ ਪ੍ਰਧਾਨਗੀ ਲੈ ਕੇ ਤੇ ਸੱਤਾ ਦੇ ਗਲਿਆਰਿਆਂ ਦੇ ਵਿੱਚ ਆਪਣੀ ਕੁਰਸੀ ਪੱਕੀ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਕਿੱਥੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਕਿੱਥੇ ਅੱਜ ਉਹ ਦੁਨੀਆ ਦੇ ਤਖਤਾਂ ਦੇ ਨਾਲ ਸਮਝੌਤਾ ਕਰਨ ਵਾਸਤੇ ਉਹਨਾਂ ਦੀ ਚਾਕਰੀ ਕਰਦੇ ਫਿਰਦੇ ਨੇ, ਰੈਸਟੋਰੈਂਟਾਂ ਦੇ ਵਿੱਚ ਮੀਟਿੰਗਾਂ ਕਰਦੇ ਫਿਰਦੇ ਨੇ। ਕਿੱਥੇ ਉਹ ਪਦਵੀ, ਕਿੱਥੇ ਉਹ ਪਦਵੀ। ਤੁਹਾਨੂੰ ਲੱਗਦਾ ਕਿ ਕਿਸੇ ਸਮਝੌਤੇ ਦੇ ਤਹਿਤ ਕੰਮ ਚੱਲ ਰਿਹਾ ਹੈ? ਬਿਲਕੁਲ ਸਮਝੌਤੇ ਤਹਿਤ ਚੱਲ ਰਿਹਾ। ਦੇਖੋ, ਸਪਸ਼ਟ ਜੀ ਗੱਲ ਹੈ, ਸੁਖਬੀਰ ਸਿੰਘ ਬਾਦਲ ਨੂੰ ਕੋਈ ਕੁਝ ਕਹੀ ਜਾਵੇ, ਪਰ ਸੁਖਬੀਰ ਸਿੰਘ ਬਾਦਲ ਸਾਰਾ ਕੁਝ ਜਾਣਦੇ ਹੋਏ, ਸਾਰਾ ਕੁਝ ਵੇਖਦੇ ਹੋਏ ਸਿਰ ਨੀਵਾਂ ਕਰਕੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਨਹੀਂ ਲੱਗਣ ਦਿੱਤੀ। ਉਹਨਾਂ ਨੇ ਸਾਰਾ ਕੁਝ ਸਿਰ ਨੀਵਾਂ ਕਰਕੇ ਝੋਲੀ ਅੱਡ ਕੇ ਆਪਣੀ ਝੋਲੀ ਵਿੱਚ ਪਵਾ ਲਿਆ। ਜਦ ਕਿ ਸ੍ਰੀ ਸੁਖਬੀਰ ਸਿੰਘ ਬਾਦਲ ਉਸ ਵਕਤ ਵੀ ਕਹਿ ਸਕਦੇ ਸੀ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤਿਓਂ, ਫਸੀਲ ਦੇ ਉੱਤਿਓਂ ਜਿਹੜੇ ਜਥੇਦਾਰ ਕਾਰਵਾਈ ਕਰ ਰਹੇ ਨੇ, ਇਹਨਾਂ ਦੇ ਪਿੱਛੇ ਗੁਪਤ ਸਾਜ਼ਿਸ਼ਾਂ ਨੇ, ਗੁਪਤ ਤਾਕਤਾਂ ਇਹਨਾਂ ਦੇ ਪਿੱਛੇ ਲੱਗੀਆਂ ਹੋਈਆਂ ਨੇ ਤੇ ਇਹ ਗੁਪਤ ਸਾਜ਼ਿਸ਼ਾਂ ਤੇ ਗੁਪਤ ਤਾਕਤਾਂ ਦੇ ਪਿੱਛੇ ਲੱਗ ਕੇ ਪੰਥ ਦੀ ਰਾਜਨੀਤਿਕ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਜੇ ਅਜਿਹਾ ਹੋ ਜਾਂਦਾ ਤਾਂ ਦੁਨੀਆ ਵਿੱਚ ਕੀ ਮੈਸੇਜ ਜਾਂਦਾ? ਦੁਨੀਆ 'ਚ ਇਹ ਮੈਸੇਜ ਜਾਣਾ ਸੀ ਕਿ ਸਿੱਖ ਕੌਮ ਦੇ ਸਰਮੌਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦੁਸ਼ਮਣ ਤਾਕਤਾਂ ਨੇ ਕਬਜ਼ਾ ਕਰ ਲਿਆ। ਇਹੀ ਮੈਂ ਸਵਾਲ ਸਿੱਖ ਕੌਮ ਦੀ ਨਮੋਸ਼ੀ ਨਾ ਹੋਵੇ, ਸਿੱਖ ਕੌਮ ਨੂੰ ਨਮੋਸ਼ੀ ਨਾ ਫੇਸ ਕਰਨੀ ਪਵੇ, ਸਿੱਖ ਕੌਮ ਨੂੰ ਸਿਰ ਨਾ ਨੀਵਾਂ ਕਰਨਾ ਪਵੇ। ਇਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਿਰ ਨੀਵਾਂ ਕਰਨਾ ਵਾਜਬ ਸਮਝਿਆ। ਮੈਂ ਇੱਥੇ ਜਥੇਦਾਰ ਸਾਹਿਬ ਇਹੀ ਸਵਾਲ ਮੈਂ ਲੈ ਕੇ ਆਉਣ ਲੱਗਾ ਸੀ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਫਿਰ ਜੇ ਇਹ ਖਦਸ਼ੇ ਨੇ, ਜੇ ਜਾਣਕਾਰੀ ਹੈ, ਫਿਰ ਮੰਨਣ ਚ ਕੀ ਹਰਜ ਹੈ? ਫਿਰ ਮੰਨ ਹੀ ਲਿਆ ਜਾਵੇ ਕਿ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਸਿਰਮੌਰ ਸਾਡੀ ਸੰਸਥਾ, ਉਸ ਦੇ ਉੱਪਰ ਵੀ ਬਾਹਰੀ ਤਾਕਤਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀ ਕਰ ਹੀ ਲਿਆ ਇੱਕ ਤਰੀਕੇ। ਬਿਲਕੁਲ। ਅੱਜ ਸੁਖਬੀਰ ਸਿੰਘ ਬਾਦਲ ਨੇ ਹੋਰ ਵੀ ਨਮੋਸ਼ੀ ਦੀ ਗੱਲ ਹੈ ਸਾਡੇ ਪੰਥ ਲਈ। ਇਹ ਸੁਖਬੀਰ ਸਿੰਘ ਬਾਦਲ ਅੱਜ ਇਹ ਓਪਨਲੀ ਕਹਿੰਦੇ ਨੇ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਓਪਨਲੀ ਕਹਿੰਦੀ ਹੈ। ਜੇ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਉਹ ਇਸ ਗੱਲ ਨੂੰ ਓਪਨਲੀ ਕਹਿ ਦਿੰਦੀ ਤੇ ਫਸੀਲ ਤੋਂ ਸੁਣਾਈ ਗਈ ਸੇਵਾ ਤੋਂ ਮੁਨਕਰ ਹੋ ਜਾਂਦੀ। ਇੱਕ ਤਾਂ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਨੂੰ ਨਮੋਸ਼ੀ ਫੇਸ ਕਰਨੀ ਪੈਣੀ ਸੀਗੀ ਕਿ ਦੇਖੋ ਸਿੱਖ ਕੌਮ ਦੇ ਤਖਤ ਦੇ ਉੱਤੇ ਦੁਸ਼ਮਣ ਤਾਕਤਾਂ ਦਾ ਕਬਜ਼ਾ ਹੋ ਗਿਆ, ਦਿੱਲੀ ਦੀਆਂ ਤਾਕਤਾਂ ਦਾ ਕਬਜ਼ਾ ਹੋ ਗਿਆ। ਦੂਜੇ ਪਾਸੇ ਕਿਤੇ ਨਾ ਕਿਤੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਹੁਣਾਂ ਦੇ ਮਨ ਦੇ ਵਿੱਚ ਕੁਫਰ ਲੁਕਿਆ ਹੋਇਆ ਸੀ, ਉਹ ਲੁਕਿਆ ਰਹਿ ਜਾਣਾ ਸੀਗਾ, ਢਕਿਆ ਰਹਿ ਜਾਣਾ ਸੀ। ਸੁਖਬੀਰ ਸਿੰਘ ਬਾਦਲ ਹੁਣਾਂ ਨੇ ਸਿੱਖ ਕੌਮ ਨੂੰ ਨਮੋਸ਼ੀ ਨਹੀਂ ਝੱਲਣ ਦਿੱਤੀ, ਸਿੱਖ ਕੌਮ ਨੂੰ ਸਿਰ ਨਹੀਂ ਨੀਵਾਂ ਕਰ ਦਿੱਤਾ, ਆਪ ਸਿਰ ਨੀਵਾਂ ਕਰਕੇ ਸੇਵਾ ਲਵਾਈ, ਸੇਵਾ ਸਾਰੀ ਨਿਭਾਈ, ਅਰਦਾਸ ਕਰਾਈ ਖਿਮਾ ਜਾਚਨਾ ਦੀ, ਔਰ ਉਹਨਾਂ ਨੂੰ ਮੌਕਾ ਦਿੱਤਾ ਕਿ ਉਹ ਖੁੱਲ ਕੇ ਮੈਦਾਨ ਦੇ ਵਿੱਚ ਆ ਕੇ ਜਿਹੜਾ ਅੰਦਰ ਉਹਨਾਂ ਦੇ ਕਪਟ ਲੁਕਿਆ ਹੋਇਆ ਉਹ ਕਪਟ ਦੁਨੀਆ ਦੇ ਮੋਹਰੇ ਆਵੇ। ਪਰ ਉਹ ਕਪਟ ਆ ਗਿਆ ਕਿੱਥੇ? ਤੇ ਗਿਆਨੀ ਰਘਬੀਰ ਸਿੰਘ ਹੜ ਵੇਲੇ ਸਟੇਟਮੈਂਟ ਦਿੰਦੇ ਨੇ ਕਿ ਜਿਹੜੇ ਰਾਜੇ ਨੂੰ ਰਾਜ ਨਹੀਂ ਕਰਨਾ ਆਉਂਦਾ ਉਸ ਰਾਜੇ ਨੂੰ ਮਰ ਜਾਣਾ ਚਾਹੀਦਾ। ਫਿਰ ਜਦੋਂ ਹੁਣ ਡੀਐਮ ਸਾਹਿਬ ਦੀ ਮੌਤ ਹੁੰਦੀ ਹੈ ਤੇ ਡੀਐਮ ਸਾਹਿਬ ਦੀ ਮੌਤ ਦੇ ਮਸਲੇ ਦੇ ਉੱਤੇ ਸਰਕਾਰ ਘਿਰ ਗਈ ਤੇ ਸਰਕਾਰ ਨੂੰ ਕੋਈ ਰਾਹ ਨਹੀਂ ਸੀ ਲੱਭ ਰਿਹਾ, ਉਸੇ ਦਿਨ ਸਰਕਾਰ ਅੰਮ੍ਰਿਤਸਰ ਦੇ ਸਰਕਟ ਹਾਊਸ ਦੇ ਵਿੱਚ ਮੀਟਿੰਗ ਬੁਲਾਉਂਦੀ ਹੈ ਵੀ ਜਿਹੜਾ ਸਮਾਣੇ ਦੇ ਵਿੱਚ ਮੋਰਚਾ ਲੱਗਾ ਹੋਇਆ ਅਸੀਂ ਉਹ ਕਾਨੂੰਨ ਬਣਾਉਣ ਜਾ ਰਹੇ ਹਾਂ ਵਿਸਾਖੀ ਵਾਲੇ ਦਿਨ, ਆਓ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਸਾਡੇ ਨਾਲ ਮੀਟਿੰਗ ਕਰੋ। ਉਦਣ ਗਿਆਨੀ ਰਘਬੀਰ ਸਿੰਘ ਮੋਢੇ ਨਾਲ ਮੋਢਾ ਜੋੜ ਕੇ ਭਗਵੰਤ ਸਿੰਘ ਮਾਨ ਦੇ ਨਾਲ ਖੜੇ ਹੋਏ ਨੇ। ਗਿਆਨੀ ਹਰਪ੍ਰੀਤ ਸਿੰਘ, ਹੁਣ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹੈ ਜੀ। ਸੋ ਭਾਈ ਸਾਹਿਬ, ਇੱਕ ਜਿਹੜਾ ਸਿੱਖ ਕੌਮ ਦੇ ਜਥੇਦਾਰਾਂ ਦਾ ਕਿਰਦਾਰ ਕਿੰਨਾ ਉੱਚਾ ਸੁੱਚਾ ਹੁੰਦਾ ਸੀ, ਉਹਨਾਂ ਦੀ ਪੰਥ ਪ੍ਰਤੀ ਵਫਾਦਾਰੀ ਕਿੰਨੀ ਹੁੰਦੀ ਸੀ, ਔਰ ਦੁਨਿਆਵੀ ਤਾਕਤਾਂ ਨੂੰ ਉਹ ਸਿੱਖ ਕੌਮ ਦੇ ਮਾਣਮੱਤੇ ਤਾਕਤਾਂ ਤੋਂ ਕਿੰਨਾ ਨੀਵਾਂ ਸਮਝਦੇ ਸਨ। ਇਹਦੀ ਇੱਕ ਉਦਾਹਰਣ ਦੇਖਣੀ ਹੋਵੇ ਤਾਂ ਪੰਥ ਦੇ ਇੱਕ ਬਹੁਤ ਹੀ ਸਤਿਕਾਰਯੋਗ ਜਥੇਦਾਰ ਹੋਏ ਨੇ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਸਾਹਿਬ। ਕਿਹੜੇ ਤਖਤ ਦੇ ਜਥੇਦਾਰ? ਇਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਹੋਏ। ਗਿਆਨੀ ਗੁਰਦਿਆਲ ਸਿੰਘ ਅਜਨੋਹਾ ਸਾਹਿਬ ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾਦਾਰੀ ਕਰ ਰਹੇ ਸਨ, ਜਥੇਦਾਰੀ ਕਰ ਰਹੇ ਸਨ, ਉਸ ਸਮੇਂ ਦੀ ਹਕੂਮਤ ਦੇ ਮੁੱਖ ਮੰਤਰੀ ਨੇ, ਜਿਹੜਾ ਕਿ ਬਾਅਦ ਵਿੱਚ ਜਾ ਕੇ ਰਾਸ਼ਟਰਪਤੀ ਵੀ ਬਣਦਾ ਹੈ ਦੇਸ਼ ਦਾ, ਉਹ ਗਿਆਨੀ ਅਜਨੋਹਾ ਸਾਹਿਬ ਨਾਲ ਸੰਪਰਕ ਕਰਦਾ ਹੈ ਤੇ ਕਹਿੰਦਾ ਕਿ ਮੇਰਾ ਇੱਕ ਰਿਸ਼ਤੇਦਾਰ ਹੈ ਪਰ ਉਹ ਪਤਿਤ ਹੈ, ਉਸਨੇ ਕੇਸ ਕੱਟੇ ਹੋਏ ਨੇ, ਉਹ ਸਾਬਤ ਸੂਰਤ ਅੰਮ੍ਰਿਤਧਾਰੀ ਸਿੱਖ ਨਹੀਂ, ਮੈਂ ਉਸ ਦੇ ਆਨੰਦ ਕਾਰਜ ਜਿਹੜੇ ਆ ਉਹ ਤਖਤ ਸਾਹਿਬ ਦੇ ਉੱਤੇ ਕਰਵਾਉਣਾ ਚਾਹੁੰਦਾ ਤੇ ਮੈਂ ਇੱਕ ਵੱਡਾ ਈਵੈਂਟ ਬਣਾ ਕੇ ਪੇਸ਼ ਕਰਨਾ ਚਾਹੁੰਦਾ। ਗਿਆਨੀ ਗੁਰਦਿਆਲ ਸਿੰਘ ਅਜਨੋਹਾ ਸਾਹਿਬ ਸਪਸ਼ਟ ਤੌਰ ਦੇ ਉੱਤੇ ਉਸ ਨੂੰ ਇਹ ਦੱਸਦੇ ਨੇ ਕਿ ਤੂੰ ਤਾਂ ਇੱਕ ਸਮੇਂ ਦੀ ਹਕੂਮਤ ਦਾ ਮੁੱਖ ਮੰਤਰੀ ਹੈ, ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ ਹੀ ਕਿਉਂ ਨਾ ਮੈਨੂੰ ਆ ਕੇ ਇਹ ਗੱਲ ਕਹੇ, ਮੇਰੇ ਜਥੇਦਾਰ ਹੁੰਦਿਆਂ ਤਖਤ ਸਾਹਿਬ ਦੇ ਉੱਤੇ ਕਿਸੇ ਪਤਿਤ ਵਿਅਕਤੀ ਦੇ ਆਨੰਦ ਕਾਰਜ ਨਹੀਂ ਹੋ ਸਕਦੇ, ਭਾਵੇਂ ਉਹ ਕਿੱਡੇ ਵੀ ਉੱਚੇ ਰਾਜ ਘਰਾਣੇ ਨਾਲ ਸੰਬੰਧ ਰੱਖਦਾ ਹੋਵੇ। ਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ
ਜਦੋਂ ਰਾਘਵ ਚੱਡਾ ਉਹਨਾਂ ਦੇ ਆਨੰਦ ਕਾਰਜ ਹੁੰਦੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਾ ਦਿੱਤਾ ਜਾਂਦਾ ਹੈ। ਗਿਆਨੀ ਹਰਪ੍ਰੀਤ ਸਿੰਘ ਪੰਥ ਦੀ ਮਾਨ ਮਰਿਆਦਾ ਨੂੰ ਸਾਰੀ ਛਿੱਕੇ ਟੰਗ ਕੇ ਇਹ ਪਾਸੇ ਕਰਕੇ ਕਿ ਮੈਂ ਕਿਸ ਤੱਕ ਦੀ ਸੇਵਾਦਾਰੀ ਨਿਭਾ ਰਿਹਾ ਔਰ ਮੇਰੇ ਉੱਥੇ ਜਾਣ ਨਾਲ ਪੰਥ ਦੇ ਉੱਤੇ ਕੀ ਪ੍ਰਭਾਵ ਪਵੇਗਾ। ਨੱਠੇ ਜਾਂਦੇ ਨੇ, ਰਾਘਵ ਚੱਡੇ ਦੇ ਵਿਆਹ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਔਰ ਉੱਥੇ ਕਈ ਇਹੋ ਜਿਹੀਆਂ ਰਸਮਾਂ ਨਿਭਾਈਆਂ ਜਾਂਦੀਆਂ ਜਿਹੜੀਆਂ ਪੰਥ ਦੇ ਅਨੁਸਾਰ ਸਹੀ ਨਹੀਂ, ਪੰਥਕ ਸਿਧਾਂਤਾਂ ਤੇ ਸਹੀ ਨਹੀਂ ਉਤਰਦੀਆਂ। ਪੀੜ੍ਹੀਆਂ ਤੇ ਬੈਠਿਆ ਜਾਂਦਾ ਹੈ ਮਹਾਰਾਜ ਦੀ ਹਜ਼ੂਰੀ ਦੇ ਵਿੱਚ। ਗਿਆਨੀ ਹਰਪ੍ਰੀਤ ਸਿੰਘ ਉੱਥੇ ਚੁੱਪ ਰਹਿੰਦੇ ਨੇ, ਫਿਲਮ ਇੰਡਸਟਰੀ ਦੇ ਨਾਲ ਫੋਟੋਆਂ ਕਰਾਉਂਦੇ ਨੇ, ਪੋਲੀਟੀਕਲ ਇੰਡਸਟਰੀ ਦੇ ਨਾਲ ਫੋਟੋਆਂ ਖਿਚਾਉਂਦੇ ਨੇ। ਕਿੱਥੇ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਸਾਹਿਬ, ਕਿੱਥੇ ਗਿਆਨੀ ਹਰਪ੍ਰੀਤ ਸਿੰਘ? ਤੁਸੀਂ ਆਪ ਕੰਪੈਰੀਜ਼ਨ ਕਰਕੇ ਦੇਖ ਲਓ। ਹੁਣ ਗਿਆਨੀ ਹਰਪ੍ਰੀਤ ਸਿੰਘ ਹੁਣੀ ਕਹਿੰਦੇ ਸੀਗੇ ਵੀ ਸਾਰੇ ਅੱਡੋ ਅੱਡ ਚੁੱਲ੍ਹੇ ਸਮੇਟੋ ਤੇ ਇੱਕ ਪਾਰਟੀ ਦੇ ਵਿੱਚ ਮਰਜ ਹੋ ਜਾਓ ਤੇ ਪਾਰਟੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਅਲੱਗ ਬਣਾ ਲਈ ਔਰ ਗਿਆਨੀ ਹਰਪ੍ਰੀਤ ਸਿੰਘ ਐਡਾ ਭਰਮ ਪਾਲੀ ਬੈਠੇ ਨੇ ਕਿ ਉਹਨਾਂ ਨੇ ਪਾਰਟੀ ਦਾ ਨਾਮ ਰੱਖ ਲਿਆ ਪੁਨਰ ਸੁਰਜੀਤ ਅਕਾਲੀ ਦਲ। ਮੈਂ ਇੱਕ ਸਪਸ਼ਟ ਤੌਰ ਦੇ ਉੱਤੇ ਗੱਲ ਕਹਿ ਦੇਣੀ ਚਾਹੁੰਦਾ, ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀਆਂ ਸੰਸਥਾਵਾਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਧਾਰਮਿਕ ਸੰਸਥਾ ਹੈ, ਸ਼੍ਰੋਮਣੀ ਅਕਾਲੀ ਦਲ ਪੰਥ ਦੀ ਰਾਜਨੀਤਿਕ ਜਮਾਤ ਹੈ। ਦੋਵੇਂ ਸੰਸਥਾਵਾਂ ਨੂੰ ਸਿੱਖ ਕੌਮ ਨੇ ਆਪਣਾ ਖੂਨ ਡੋਲ ਕੇ ਵੱਡਾ ਤਸ਼ੱਦਦ ਸਹਿ ਕੇ ਗਠਿਤ ਕੀਤਾ ਸੀਗਾ, ਉਹਨਾਂ ਦੀ ਉਸਾਰੀ ਕੀਤੀ ਸੀ ਔਰ ਇਹ ਜਥੇਬੰਦੀਆਂ ਕਾਇਮ ਕੀਤੀਆਂ ਸੀ। ਇਹਨਾਂ ਜਥੇਬੰਦੀਆਂ ਦਾ ਮਾਲਕ ਕੇਵਲ ਤੇ ਕੇਵਲ ਅਕਾਲ ਪੁਰਖ ਹੈ। ਇਹ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਪ੍ਰਣਾਈਆਂ ਹੋਈਆਂ ਨੇ, ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ। ਇਹਨਾਂ ਜਥੇਬੰਦੀਆਂ ਨੂੰ ਜੇ ਕੋਈ ਪੁਨਰ ਸੁਰਜੀਤ ਕਰ ਸਕਦਾ ਤਾਂ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਕਰ ਸਕਦਾ ਹੈ। ਔਰ ਇਹ ਹੋ ਰਿਹਾ ਹੈ। ਕਿਵੇਂ ਹੋ ਰਿਹਾ ਹੈ? ਦੇਖੋ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਸੁਖਬੀਰ ਸਿੰਘ ਬਾਦਲ ਪੇਸ਼ ਹੁੰਦੇ ਨੇ ਔਰ ਨਿਮਰਤਾ ਸਹਿਤ ਉਸ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਲਾਈ ਹੋਈ ਸੇਵਾ ਨੂੰ ਪ੍ਰਵਾਨ ਕਰਦੇ ਨੇ, ਸੇਵਾ ਨਿਭਾਉਂਦੇ ਨੇ, ਭਾਵੇਂ ਕਿ ਉਹਨਾਂ ਦੇ ਨਾਲ ਬਹੁਤ ਵੱਡੀਆਂ ਸਾਜ਼ਿਸ਼ਾਂ ਹੁੰਦੀਆਂ। ਸੁਖਬੀਰ ਸਿੰਘ ਬਾਦਲ ਨੂੰ ਸਦਾ ਵਾਸਤੇ ਸਿਆਸਤ ਤੋਂ ਲਾਂਭੇ ਕਰਨ ਦੀ ਸਾਜ਼ਿਸ਼ ਵੀ ਕੀਤੀ ਜਾਂਦੀ ਹੈ, ਪਰ ਉਹ ਗੁਰੂ ਦੇ ਉੱਤੇ ਓਟ ਆਸਰਾ ਰੱਖ ਕੇ ਨਿਮਰਤਾ ਦੇ ਵਿੱਚ ਆ ਕੇ ਉੱਥੇ ਸੇਵਾ ਨਿਭਾਉਂਦੇ ਨੇ ਤੇ ਖਿਮਾ ਜਾਚਨਾ ਦੀ ਅਰਦਾਸ ਕਰਾਉਂਦੇ ਨੇ। ਉਸ ਦਿਨ ਤੋਂ ਬਾਅਦ ਗੁਰੂ ਦੀ ਕਿਰਪਾ ਹੋਈ ਤੇ ਅਕਾਲੀ ਦਲ ਰਿਵਾਈਵ ਹੋਣਾ ਸ਼ੁਰੂ ਹੋ ਗਿਆ। ਭਾਵੇਂ ਉਸ ਤੋਂ ਪਹਿਲਾਂ ਅਕਾਲੀ ਦਲ ਦਾ ਗ੍ਰਾਫ ਥੱਲੇ ਨੂੰ ਜਾ ਰਿਹਾ ਸੀਗਾ ਝੂਠੇ ਪ੍ਰੋਪੇਗੰਡੇ ਦਾ ਸ਼ਿਕਾਰ ਹੋ ਕੇ, ਅੱਜ ਵੀ ਉਹੀ ਅਕਾਲੀ ਦਲ ਹੈ। ਅੱਜ ਉਸੇ ਅਕਾਲੀ ਦਲ ਦੀਆਂ ਏਡੀਆਂ ਵੱਡੀਆਂ ਰੈਲੀਆਂ ਹੋ ਰਹੀਆਂ ਨੇ, ਏਡੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕਰ ਰਹੇ ਨੇ, ਏਡੇ ਵੱਡੇ ਇਕੱਠ ਹੋ ਰਹੇ ਨੇ। ਅੱਜ ਲੋਕ ਆਪ ਕਹਿ ਰਹੇ ਨੇ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ, ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ। ਇਹ ਕਿਉਂ ਹੋਇਆ? ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਸੱਚੇ ਮਨੋਂ ਅਰਦਾਸ ਕੀਤੀ। ਉਹਨਾਂ ਦੀ ਸੱਚੀ ਤੇ ਸੁੱਚੀ ਭਾਵਨਾ ਦੇ ਉੱਤੇ ਗੁਰੂ ਨੇ ਕਿਰਪਾ ਕੀਤੀ। ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਪੁਨਰ ਸੁਰਜੀਤ ਦਾ ਹੋਕਾ ਦੇਣ ਲੱਗੇ ਤੇ ਉਹਨਾਂ ਦੇ ਪੁਨਰ ਸੁਰਜੀਤ ਦੇ ਵਿੱਚੋਂ ਹਰ ਰੋਜ਼ ਕੋਈ ਨਾ ਕੋਈ ਜਿਹੜਾ ਉਹ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਿਹਾ। ਕਈ ਤਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਆ ਰਹੇ ਨੇ ਔਰ ਉਹ ਕਹਿ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਯੂਜ਼ ਕੀਤਾ ਆਪਣੇ ਆਪ ਨੂੰ ਇੱਕ ਪੋਲੀਟੀਕਲ ਆਇਡੈਂਟੀਟੀ ਵਜੋਂ ਸਥਾਪਿਤ ਕਰਨ ਵਾਸਤੇ। ਮਨਪ੍ਰੀਤ ਆਲੀ ਹੋਣਾ ਦਾ ਨਾਮ ਵੀ ਲਿਆ ਹੈ, ਮੱਖਣ ਬਰਾੜ ਹੋਣਾ ਦੀ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਓ ਗਿਆਨੀ ਹਰਪ੍ਰੀਤ ਸਿੰਘ ਹੋਣੀ ਇਕੱਲੇ ਹੀ ਰਹਿ ਜਾਣਗੇ। ਇਹਨਾਂ ਦੇ ਅੰਗੀ ਸੰਗੀ ਜਿਹੜੇ ਆ ਸਾਰੇ ਜਾਂ ਤਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਮੂਵ ਹੋ ਜਾਣਗੇ ਜਾਂ ਉਹ ਵਾਪਸ ਅਕਾਲੀ ਦਲ ਦੇ ਵਿੱਚ ਆ ਜਾਣਗੇ। ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਜਿਹੜਾ ਅੰਦਰ ਕਪਟ ਹੈ, ਕਿਉਂਕਿ ਦੇਖੋ ਇਹ ਸਪਸ਼ਟ ਜੀ ਗੱਲ ਹੈ, ਕੂੜ ਦੇ ਨਾਲ ਕਦੇ ਗੁਰੂ ਨਹੀਂ ਖੜ ਸਕਦਾ, ਕਪਟ ਦੇ ਨਾਲ ਕਦੇ ਗੁਰੂ ਨਹੀਂ ਖੜ ਸਕਦਾ। ਸੁਖਬੀਰ ਸਿੰਘ ਬਾਦਲ ਨੂੰ ਲੋਕ ਮਾੜਾ ਕਹਿਣ, ਬੇਅਦਬੀਆਂ ਦਾ ਦੋਸ਼ੀ ਕਹਿਣ, ਹੋਰ ਗੋਲੀ ਕਾਂਡਾਂ ਦਾ ਦੋਸ਼ੀ ਕਹਿਣ, ਕੁਝ ਵੀ ਕਹਿਣ, ਫੈਸਲਾ ਗੁਰੂ ਨੇ ਕਰਨਾ। ਇਸ ਦੁਨੀਆ ਨੇ ਤਾਂ ਗੁਰੂ ਸਾਹਿਬਾਨਾਂ ਤੇ ਸ਼ਹੀਦ ਸਿੰਘਾਂ ਨੂੰ ਵੀ ਬਦਨਾਮ ਕਰਨ ਤੋਂ ਕਸਰ ਨਹੀਂ ਛੱਡੀ। ਇਸ ਦੁਨੀਆ ਨੇ ਗੁਰੂ ਸਾਹਿਬਾਨਾਂ ਨੂੰ ਵੀ ਮਾੜਾ ਕਿਹਾ, ਸ਼ਹੀਦ ਸਿੰਘਾਂ ਨੂੰ ਵੀ ਮਾੜਾ ਕਿਹਾ, ਪੰਥ ਦੀਆਂ ਸਨਮਾਨਯੋਗ ਸ਼ਖਸੀਅਤਾਂ ਨੂੰ ਵੀ ਮਾੜਾ ਕਿਹਾ। ਸੁਖਬੀਰ ਸਿੰਘ ਬਾਦਲ ਤਾਂ ਇੱਕ ਆਮ ਸਧਾਰਨ ਇਨਸਾਨ ਨੇ, ਰਾਜਨੀਤਿਕ ਪਾਰਟੀ ਚਲਾ ਰਹੇ ਨੇ, ਉਹਨਾਂ ਨੂੰ ਤਾਂ ਮਾੜਾ ਕਹਿਣਾ ਹੀ ਹੈ, ਪਰ ਫੈਸਲਾ ਗੁਰੂ ਨੇ ਕਰਨਾ ਹੈ। ਸੱਚਾ ਕੌਣ ਹੈ, ਸੁੱਚਾ ਕੌਣ ਹੈ, ਸਹੀ ਕੌਣ ਹੈ, ਗਲਤ ਕੌਣ ਹੈ, ਔਰ ਗੁਰੂ ਦਾ ਫੈਸਲਾ ਸਾਡੇ ਸਾਹਮਣੇ ਪ੍ਰਤੱਖ ਨਜ਼ਰ ਆਉਣ ਲੱਗ ਪਿਆ। ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸੁਖਬੀਰ ਸਿੰਘ ਬਾਦਲ ਤੁਰਦੇ ਨੇ, ਪੰਜਾਬ ਦੇ ਵਿੱਚ ਜਾਂਦੇ ਨੇ ਤੇ ਪੰਜਾਬ ਦੇ ਲੋਕ ਵੱਡੇ ਇਕੱਠ ਕਰਕੇ ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕਰਦੇ ਨੇ ਤੇ ਉਹਨਾਂ ਨੂੰ ਭਰੋਸਾ ਦਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਆ, ਪੰਜਾਬ ਦੀ ਖੇਤਰੀ ਪਾਰਟੀ ਨੂੰ ਤਕੜਾ ਕਰਨਾ ਹੈ। ਦੂਜੇ ਪਾਸੇ ਉਸੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਚੱਲਦੇ ਨੇ, ਪੁਨਰ ਸੁਰਜੀਤ ਦਾ ਹੁਕਮ ਦਿੰਦੇ ਨੇ ਤੇ ਦਿਨੋਂ ਦਿਨ ਜਿੱਦਣ ਉਹ ਤੁਰੇ ਸੀ ਉਸ ਦਿਨ ਦੀ ਫੋਟੋਗ੍ਰਾਫ ਦੇਖ ਲਓ ਤੇ ਅੱਜ ਜੇਕਰ ਉਹਨਾਂ ਦੀ ਕੋਈ ਮੀਟਿੰਗ ਹੁੰਦੀ ਉਹਦੀ ਫੋਟੋਗ੍ਰਾਫ ਦੇਖ ਲਓ, ਦਿਨੋਂ ਦਿਨ ਉਹਨਾਂ ਦਾ ਗ੍ਰਾਫ ਜਿਹੜਾ ਥੱਲੇ ਨੂੰ ਜਾ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਉੱਪਰ ਨੂੰ ਜਾ ਰਿਹਾ ਔਰ ਇਹ ਸੱਚ ਪ੍ਰਤੱਖ ਹੋ ਰਿਹਾ ਵੀ ਗੁਰੂ ਕਿਹਦੇ ਵੱਲ ਹੈ। ਤੇ ਬਾਕੀ 2027 ਦੀਆਂ ਚੋਣਾਂ ਵਿੱਚ ਬਿਲਕੁਲ ਸਾਫ਼ ਹੋ ਜਾਊਗਾ ਕਿ ਪੁਨਰ ਸੁਰਜੀਤ ਅਕਾਲੀ ਦਲ ਦੀ ਜਿਹੜੀ
ਦੁਸ਼ਮਣ ਦੀ ਸੋਚ ਹੈ, ਦੁਸ਼ਮਣ ਦੀ ਸਾਜ਼ਿਸ਼ ਹੈ, ਉਹਨੂੰ ਗੁਰੂ ਪ੍ਰਵਾਨ ਕਰਦਾ ਹੈ ਜਾਂ ਗੁਰੂ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਵਾਨ ਕਰਦਾ ਹੈ? ਆਖਰੀ ਸਵਾਲ ਸੰਖੇਪ ਜਿਹਾ ਹੀ ਰੱਖਾਂਗੇ। ਭਾਜਪਾ ਨੇ ਸਥਿਤੀ ਕਲੀਅਰ ਕਰ ਦਿੱਤੀ ਮੋਗਾ ਕਿਲੀ ਚਾਲਾਂ 'ਚ ਰੈਲੀ ਕਰਕੇ ਵੀ ਭਾਈ ਹੁਣ ਅਸੀਂ ਛੋਟੇ ਭਰਾ ਦੀ ਭੂਮਿਕਾ 'ਚ ਆਉਣ ਵਾਲੇ ਨਹੀਂ ਹੈਗੇ ਆ। ਠੀਕ ਹੈ, ਕੱਲੇ ਵੀ ਉਹਨਾਂ ਨੇ ਲੜਨ ਦੀ ਵੈਸੇ ਗੱਲ ਕਹੀ ਹੈ, ਪਰ ਜਾਣਿਆ ਪਛਾਣਿਆ ਗੱਲ ਇਹੀ ਆ ਰਹੀ ਹੈ ਵੀ ਭਾਈ ਉਹ ਤਾਂ ਲੱਭ ਰਹੇ ਨੇ ਵੀ ਕੋਈ ਵੀ ਆ ਜਾਵੇ ਸਾਡੇ ਨਾਲ ਸਮਝੌਤਾ ਕਰਕੇ ਲੜ ਸਕਦਾ ਕੋਈ ਵੀ ਪਾਰਟੀ। ਪਰ ਤੁਸੀਂ ਕੀ ਦੇਖਦੇ ਹੋ ਸਥਿਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਥਿਤੀ ਬਦਲ ਸਕਦੀ ਹੈ, ਕੋਈ ਸਥਿਤੀਆਂ ਬਦਲ ਸਕਦੀਆਂ ਨੇ ਸਮਝੌਤੇ ਨੂੰ ਲੈ ਕੇ, ਜਾਂ ਫਿਰ ਅੰਦਰ ਪਾਰਟੀ ਦੇ ਤੁਸੀਂ ਸਮਝ ਪਾਏ ਹੋ ਜਾਂ ਕੋਈ ਗੱਲ ਹੋਈ ਹੈ ਕਿ ਕਲੀਅਰ ਲੀਕ ਮਾਰ ਦਿੱਤੀ ਗਈ ਹੈ ਵੀ ਨਹੀਂ ਇਸ ਵਾਰ ਭਾਜਪਾ ਨਾਲ ਕੋਈ ਸਮਝੌਤਾ ਨਹੀਂ? ਵੇਖੋ, ਜਿਹੜਾ ਭਵਿੱਖ ਹੈ ਜੀ, ਭਵਿੱਖ ਨੂੰ ਆਂਕਣਾ ਸਹੀ ਨਹੀਂ ਹੈ ਜੀ। ਜਾਂ ਤਾਂ ਆਪਾਂ ਬੀਤੇ ਹੋਏ ਤੇ ਗੱਲ ਕਰ ਸਕਦੇ ਹਾਂ ਜਾਂ ਜੋ ਬੀਤ ਰਿਹਾ ਉਹਦੇ ਤੇ ਗੱਲ ਕਰ ਸਕਦੇ ਹਾਂ। ਭਵਿੱਖ ਦੇ ਗਰਭ ਦੇ ਵਿੱਚ ਕੀ ਪਿਆ ਹੈ ਇਹ ਆਉਣ ਵਾਲਾ ਸਮਾਂ ਜਾਣਦਾ ਜਾਂ ਪ੍ਰਮਾਤਮਾ ਜਾਣਦਾ। ਰਾਜਨੀਤਿਕ ਪਰਿਸਥਿਤੀਆਂ ਸਮੇਂ-ਸਮੇਂ ਤੇ ਬਦਲਦੀਆਂ ਰਹਿੰਦੀਆਂ। ਜੇ ਭਾਜਪਾ ਇਹ ਕਹਿੰਦੀ ਹੈ ਵੀ ਅਸੀਂ ਇਕੱਲੇ ਚੋਣ ਲੜਨਾ ਚਾਹੁੰਦੇ ਹਾਂ ਤੇ ਅਸੀਂ ਇਕੱਲੇ ਚੋਣ ਲੜਾਂਗੇ, ਇਹ ਉਹਨਾਂ ਦਾ ਬੁਨਿਆਦੀ ਹੱਕ ਹੈ। ਕੋਈ ਵੀ ਪਾਰਟੀ ਆਪਣਾ ਫੈਸਲਾ ਲੈਣ ਦੇ ਵਿੱਚ ਸੁਤੰਤਰ ਹੈ। ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਇਕੱਲਿਆਂ ਚੋਣਾਂ ਲੜਨ ਵਾਸਤੇ ਤਿਆਰ ਬਰ ਤਿਆਰ ਹੈ। ਪਹਿਲਾਂ ਵੀ ਚੋਣਾਂ ਲੜ ਚੁੱਕੇ ਆ, ਹੁਣ ਵੀ ਚੋਣਾਂ ਲੜ ਰਹੇ ਆ। ਇਹ ਜਿਹੜਾ ਏਡਾ ਵੱਡਾ ਮਾਣ ਸਤਿਕਾਰ ਪਿਆਰ ਸੁਖਬੀਰ ਸਿੰਘ ਬਾਦਲ ਨੂੰ ਮਿਲ ਰਿਹਾ ਇਹ ਇਕੱਲਿਆਂ ਹੀ ਮਿਲ ਰਿਹਾ, ਇਹ ਕਿਸੇ ਦੇ ਨਾਲ ਹੁੰਦਿਆਂ ਨਹੀਂ ਮਿਲ ਰਿਹਾ। ਜੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਮਹਿਸੂਸ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਸਾਨੂੰ ਲੈਣਾ ਚਾਹੀਦਾ ਤੇ ਫਿਰ ਉਹਦੇ ਤੇ ਅੱਗੇ ਵਿਚਾਰ ਕੀਤੀ ਜਾਊਗੀ। ਪਰ ਸ਼੍ਰੋਮਣੀ ਅਕਾਲੀ ਦਲ ਵੀ ਇਕੱਲੇ ਚੋਣ ਲੜਨ ਵਿੱਚ ਸਮਰੱਥ ਹੈ ਔਰ ਸ਼ਕਤੀ ਦੇ ਨਾਲ ਪੂਰੀ ਤਾਕਤ ਦੇ ਨਾਲ ਅਸੀਂ 2027 ਵਿੱਚ ਐਂਟਰ ਕਰਾਂਗੇ। ਔਰ ਸਾਨੂੰ ਮਾਣ ਹੈ ਪੰਜਾਬ ਦੇ ਲੋਕਾਂ ਦੇ ਉੱਤੇ, ਕਿਉਂਕਿ ਪੰਜਾਬ ਦੇ ਵਿੱਚ ਚਾਹੇ ਹਿੰਦੂ ਵਸਦਾ ਹੋਵੇ, ਚਾਹੇ ਸਿੱਖ ਵਸਦਾ ਹੋਵੇ, ਮੁਸਲਮਾਨ ਵਸਦਾ ਹੋਵੇ, ਈਸਾਈ ਵਸਦਾ ਹੋਵੇ, ਪੰਜਾਬ ਦੇ ਵਿੱਚ ਸਭ ਤੋਂ ਲੋੜੀਂਦੀ ਚੀਜ਼ ਇਹ ਹੈ ਕਿ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਬਣਾਏ ਰੱਖਣਾ। ਜਿਹੜੀਆਂ ਬਾਕੀ ਪਾਰਟੀਆਂ, ਮੈਂ ਇਹ ਗੱਲ ਲੰਬੀ ਹੁੰਦੀ ਹੈ, ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਲੱਗੀਆਂ ਹੋਈਆਂ ਚੋਣ ਦੇ ਵਿੱਚ ਚੋਣ ਅਜ਼ਮਾਈ ਕਰਨ ਵਾਸਤੇ, ਉਹ ਸਾਰੀਆਂ ਭਾਈਚਾਰਕ ਸਾਂਝ ਨੂੰ ਤਾਰ ਪੀਡੋ ਕਰਨ ਵਾਲੀਆਂ ਪਾਰਟੀਆਂ ਨੇ। ਉਹ ਇੱਕ ਵਿਸ਼ੇਸ਼ ਕਮਿਊਨਿਟੀ ਨੂੰ ਹੀ ਜਿਹੜਾ ਉਹ ਸੁਰੱਖਿਅਤ ਕਰਨਾ ਚਾਹੁੰਦੀਆਂ। ਚਾਹੇ ਕਾਂਗਰਸ ਦੇਖ ਲਓ, ਚਾਹੇ ਭਾਜਪਾ ਦੇਖ ਲਓ, ਚਾਹੇ ਹੋਰ ਦੂਜੀਆਂ ਤੀਜੀਆਂ ਪਾਰਟੀਆਂ ਦੇਖ ਲਓ, ਸਾਰੀਆਂ ਇੱਕ ਵਿਸ਼ੇਸ਼ ਵਰਗ ਦੇ ਉੱਤੇ ਵਿਸ਼ੇਸ਼ ਕਮਿਊਨਿਟੀ ਦੀ ਗੱਲ ਕਰਦੀਆਂ। ਪਰ ਜੇ ਸਾਰੇ ਵਰਗਾਂ ਦੀ ਕੋਈ ਗੱਲ ਕਰਦਾ ਤਾਂ ਸ਼੍ਰੋਮਣੀ ਅਕਾਲੀ ਦਲ, ਜੇ ਸਾਰੇ ਵਰਗਾਂ ਦੇ ਵਿੱਚ ਸਾਂਝ ਬਣਾਉਣ ਦੀ ਗੱਲ ਕਰਦਾ ਤਾਂ ਸ਼੍ਰੋਮਣੀ ਅਕਾਲੀ ਦਲ। ਸੋ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਆਉਂਦੀ ਹੈ ਤਾਂ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਹੈ ਉਹ ਬਰਕਰਾਰ ਰਹੇਗੀ, ਆਪਸੀ ਮੋਹ ਦੀਆਂ ਤੰਦਾਂ ਹੋਰ ਮਜ਼ਬੂਤ ਹੋਣਗੀਆਂ, ਪੰਜਾਬ ਤਰੱਕੀ ਦੇ ਰਾਹ ਤੇ ਜਾਵੇਗਾ। ਜੇ ਸ਼੍ਰੋਮਣੀ ਅਕਾਲੀ ਦਲ ਦੀ ਬਜਾਏ ਕਿਸੇ ਵੀ ਹੋਰ ਰਾਜਨੀਤਿਕ ਪਾਰਟੀ ਦੀ ABCD ਕਿਸੇ ਦੀ ਵੀ ਸਰਕਾਰ ਆਉਂਦੀ ਹੈ ਤਾਂ ਉਹ ਇੱਕ ਖਾਸ ਵਰਗ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਵਾਸਤੇ ਦੂਜੇ ਵਰਗਾਂ, ਦੂਜੇ ਧਰਮਾਂ ਨੂੰ ਨੀਵਾਂ ਦਿਖਾਲਣਗੇ, ਉਹਨਾਂ ਨੂੰ ਲਤਾੜਨਗੇ, ਪੰਜਾਬ 'ਚ ਨਫ਼ਰਤ ਦੇ ਬੀ ਫੁੱਟਣਗੇ। ਨਫ਼ਰਤ ਦੇ ਬੀ ਫੁੱਟਣਗੇ ਤੇ ਪੰਜਾਬ ਜਿਹੜਾ ਉਹ ਤਰੱਕੀ ਦੀ ਰਾਹ ਤੇ ਜਾਣ ਦੀ ਬਜਾਏ ਵਿਨਾਸ਼ ਵਾਲੇ ਪਾਸੇ, ਬਰਬਾਦੀ ਵਾਲੇ ਪਾਸੇ ਜਾਵੇ। ਬਿਲਕੁਲ, ਪਰ ਪੰਜਾਬ ਦੀ ਇਹ ਖਾਸੀਅਤ ਹੈ ਕਿ ਇੱਥੇ ਅੱਜ ਤੱਕ ਵੀ ਕੋਈ ਵੀ ਕਮਿਊਨਲ ਦੰਗਾ ਨਹੀਂ ਹੋਇਆ। ਜਦੋਂ ਤੋਂ ਆਜ਼ਾਦੀ ਦੇਸ਼ ਦੇ ਵਿੱਚ ਮਾਣੀ ਜਾਂਦੀ ਹੈ, ਆਜ਼ਾਦੀ ਦੀ ਗੱਲ ਕੀਤੀ ਜਾਂਦੀ ਵੀ 47 'ਚ ਆਜ਼ਾਦ ਹੋਏ ਆ, ਦੇਸ਼ ਤੋਂ ਪੰਜਾਬ ਤੋਂ ਬਾਹਰ ਬਹੁਤ ਸਾਰੇ ਸੂਬਿਆਂ 'ਚ ਇਹੋ ਜਿਹੀਆਂ ਘਟਨਾਵਾਂ ਬੇਸ਼ੱਕ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ। ਸੋ ਇਸੇ ਦੇ ਨਾਲ ਅੱਜ ਦੀ ਗੱਲਬਾਤ ਨੂੰ ਇੱਥੇ ਹੀ ਆਪਾਂ ਵਿਰਾਮ ਲਾਉਂਦੇ ਆ। 2027 ਦੀਆਂ ਚੋਣਾਂ ਤੱਕ ਬਾਰ-ਬਾਰ ਸਰਦਾਰ ਅਮਰੀਕ ਸਿੰਘ ਬੱਲੋਵਾਲ ਹੋਣਾ ਦੇ ਨਾਲ ਮੁਲਾਕਾਤ ਹੁੰਦੀ ਰਹੇਗੀ। ਇਹਨਾਂ ਦੀ ਪਾਰਟੀ ਦੇ ਪ੍ਰੋਗਰਾਮਾਂ ਦੇ ਉੱਪਰ ਗੱਲਬਾਤ ਕਰਦੇ ਰਹਾਂਗੇ ਤੇ ਜਾਣਦੇ ਰਹਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਇਹੋ ਜਿਹਾ ਕੀ ਖਾਸ ਹੈ ਜਿਸ ਕਰਕੇ ਉਸ ਨੂੰ ਪੰਜਾਬ ਦੇ ਲੋਕ ਚੁਣਨ, ਉਹਨਾਂ ਨੂੰ ਮਾਣ ਦੇਣ। ਤੇ ਬਾਕੀ ਦੀ ਵੀ ਗੱਲਬਾਤ ਜਿੱਦਾਂ ਜਿੱਦਾਂ ਸਮੇਂ ਦੇ ਨਾਲ ਤੁਰਦੀ ਰਹੂਗੀ ਉਹ ਸਾਰੀਆਂ ਸਾਂਝਾਂ ਪਾਉਂਦੇ ਰਹਾਂਗੇ। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।